ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਬਾਲਾ ਇਸ ਨਗਰ ਮਝਾਰਾ ਸੰਸਾਰੀ ਇੱਕ ਮੀਤ ਹਮਾਰਾ ਪੂਰਬ ਗਮਨਿਆ ਜੋ ਸੰਗਾਰਾ ਮੂਲਾ ਨਾਮ ਸੋ ਇਹਾ ਅਗਾਰਾ। ਹੇ ਬਾਲਾ ਇਸ ਨਗਰ ਮਝਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਤਸਲ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਕਿ ਸੰਧਿਆ ਦੇ ਸਮੇਂ ਤੋਂ ਹੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹੇ ਲੈ ਰਹੇ ਹੋ। ਗੁਰੂ ਸਾਹਿਬ ਜੀ ਦੀ ਧੁਰ ਕੀ ਬਾਣੀ ਸੱਚ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹੈ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੋਈ। ਪਾਵਨ ਪਵਿੱਤਰ ਹੁਕਮਨਾਮੇ ਸਤਿਗੁਰ ਜੀ ਨੇ ਬਖਸ਼ਿਸ਼ ਕੀਤੇ। ਸੰਗਤਾਂ ਨੇ ਸਰਵਣ ਕਰਕੇ ਆਪਣੇ ਆਪ ਨੂੰ ਨਿਹਾਲ ਕੀਤਾ ਹੈ। ਇਸ ਦੇ ਨਾਲ ਹੀ ਜੋ ਆਪਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਕੁਝ ਮਹੀਨਿਆਂ ਤੋਂ ਪ੍ਰਾਰੰਭ ਕੀਤਾ ਹੈ, ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਸਤਿਗੁਰੂ ਜੀ ਨਸ਼ਹਿਰੇ ਨਗਰ ਵਿੱਚ 100 ਸੁਹਾਗਣ ਨੂੰ ਨਿਹਾਲ ਕਰਕੇ ਸਫਲਾ ਕਰਕੇ ਤੇ ਫਿਰ ਗੁਰੂ ਸਾਹਿਬ ਜੀ ਜਿਹੜਾ ਬਾਲ ਗੁਦਾਈ ਦਾ ਟਿੱਲਾ ਸੀ ਜੇਲਮ ਦੇ ਜ਼ਿਲ੍ਹੇ ਵਿੱਚ
ਜੋ ਇੱਕ ਪਹਾੜ ਦੇ ਉੱਪਰ ਸਥਾਨ ਬਣਾਇਆ ਹੋਇਆ ਸੀ, ਉੱਤੇ ਉੱਚ ਕੋਟੀ 'ਤੇ ਰਹਿੰਦਾ ਸੀ ਬਾਲ ਗੁਦਾਈ ਜੋਗੀ ਯੋਗਾ ਅਭਿਆਸੀ ਸਾਧੂ। ਉਸ ਦੇ ਟਿੱਲੇ 'ਤੇ ਸਤਿਗੁਰੂ ਜੀ ਚਲੇ ਗਏ। ਇਹ ਬਹੁਤ ਹੀ ਪਰਉਪਕਾਰੀ ਸੀ ਬਾਲ ਗੁਦਾਈ, ਜਿਸ ਨੇ ਕੱਪੜਿਆਂ ਦੇ ਥਾਨ, ਘੋੜਿਆਂ ਦਾ ਸੋਹਣਾ ਤਬੇਲਾ ਅਤੇ ਹੋਰ ਵੀ ਸੋਹਣੇ ਮੰਦਰ ਮਕਾਨ ਬਣਾਏ ਹੋਏ ਸੀ, ਪਰਉਪਕਾਰ ਵਾਸਤੇ, ਆਪਣੇ ਵਾਸਤੇ ਨਹੀਂ। ਸੋਹਣੇ ਸੋਹਣੇ ਭੋਜਨ ਆਏ ਗਹਿਰਾਈਆਂ ਨੂੰ ਛਕਾਉਂਦਾ। ਜੇ ਕੋਈ ਥੱਕ ਟੁੱਟ ਜਾਂਦਾ ਅਤੇ ਉਸ ਨੂੰ ਜਿਹੜਾ ਉਸ ਵਾਸਤੇ ਘੋੜਾ ਭੇਜ ਕੇ ਅਤੇ ਉਹਦੀ ਥਕਾਵਟ ਉਹਦੇ 'ਤੇ ਚੜ੍ਹਾ ਕੇ ਦੂਰ ਕਰ ਦਿੰਦਾ ਸੀ। ਇਵੇਂ ਜੋ ਬਾਲ ਗੁਦਾਈ ਸਾਧੂ ਸਤਿਗੁਰੂ ਜੀ ਇਸ ਦੇ ਸਥਾਨ 'ਤੇ ਚਲੇ ਗਏ ਅਤੇ ਕੀ ਕੀਤਾ ਵੀ ਵਾਰ ਹੀ ਮਾਰੇ ਬੈਠੇ ਰਹੇ। ਇਸ ਨੂੰ ਪਤਾ ਲੱਗਾ, ਦੋ ਸਾਧੂ ਭੇਜੇ ਆਪਣੇ, ਦੋ ਜੋਗੀਆਂ ਨੇ ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਗੁਰੂ ਸਾਹਿਬ ਜੀ ਕਹਿੰਦੇ ਵੀ ਜੋਗੀਓ, ਜੋ ਅਤੀਤ ਸਾਧੂ ਹੁੰਦਾ ਹੈ, ਬੈਰਾਗੀ ਤਿਆਗੀ, ਵੀ ਉਹਦੇ ਜਿਹੋ ਜਿਹੇ ਸਮਾਂ ਬਣ ਆਵੇ ਉਸੇ ਵਿੱਚ ਗੁਜ਼ਾਰ ਲੈਂਦੇ ਆ। ਦੁੱਖ ਸੁੱਖ ਦੀ ਘੜੀ ਇੱਕ ਬਰਾਬਰ ਸਮਝ ਕੇ ਹੀ ਉਹ ਬਿਤਾ ਲੈਂਦੇ, ਗੁਜ਼ਾਰ ਲੈਂਦੇ ਆ। ਇਸ ਕਰਕੇ ਵੀ ਅਸੀਂ ਕੀ ਵੇਖਣਾ, ਚੰਗਾ ਥਾਂ ਅਤੇ ਮਾੜਾ ਥਾਂ, ਜਿੱਥੇ ਹੈਗੇ ਆ ਇੱਥੇ ਹੀ ਆਪਣੀ ਰਾਤ ਬਤੀਤ ਕਰਾਂਗੇ। ਇਹ ਜੋਗੀਆਂ ਨੇ ਜਾ ਕੇ ਬਾਲ ਗੁਦਾਈ ਸਾਧੂ ਨੂੰ ਦੱਸਿਆ ਕਿ ਬਾਲ ਗੁਦਾਈ ਸਾਧੂ ਜੀ ਉਹ ਨਹੀਂ ਆਉਂਦੇ, ਵਾਰੀ ਬੈਠੇ ਹੋਏ। ਇਹ ਬੜਾ ਤਪ ਤਪੱਸਿਆ ਵਾਲਾ, ਕਮਾਈ ਵਾਲਾ ਸੀ, ਜਿਸ ਕਰਕੇ ਆਪ ਹੀ ਚੱਲ ਕੇ ਆ ਗਿਆ। ਕਹਿਣ ਲੱਗਾ, ਮਹਾਰਾਜ ਆਪ ਜੀ ਚੱਲੋ, ਸਾਡੇ ਸੋਹਣੇ ਉੱਥੇ ਮਕਾਨ ਬਣੇ, ਉੱਥੇ ਰਹੋ, ਕਿਉਂਕਿ ਰਾਤ ਪੈ ਚੁੱਕੀ ਹੈ ਅਤੇ ਕਾਲੀ ਘਟਾ ਵੀ ਚੜ੍ਹ ਆਈ ਹੈ ਅਤੇ ਬਾਹਰ ਵਰਖਾ ਹੋਏਗੀ, ਜਿਸ ਕਰਕੇ ਆਪ ਜੀ ਬਾਅਦ ਵਿੱਚ ਇੱਥੇ ਪਰੇਸ਼ਾਨ ਹੋਵੋਗੇ। ਗੁਰੂ ਸਾਹਿਬ ਕਹਿਣ ਲੱਗੇ ਵੀ ਬਾਲ ਗੁਦਾਈ ਵੇਖੋ, ਜਿਹੜੇ ਤਿਆਗੀ ਬੈਰਾਗੀ ਹੁੰਦੇ ਆ ਸਾਧੂ ਅਤੀਤ, ਉਹ ਇਹ ਸੁੱਖ ਦੀਆਂ ਘੜੀਆਂ ਨਹੀਂ ਲੱਭਦੇ। ਜਿੱਥੇ ਸਮਾਂ ਮਿਲ ਜਾਏ, ਜੈਸਾ ਮਿਲ ਜਾਏ ਖਾ ਲੈਂਦੇ, ਜੈਸੀ ਥਾਂ ਮਿਲ ਜਾਏ ਉੱਥੇ ਹੀ ਉਹ ਗੁਜ਼ਾਰਾ ਕਰ ਲੈਂਦੇ। ਕਹਿੰਦਾ ਮਹਾਰਾਜ ਠੀਕ ਹੈ, ਆਪ ਜੀ ਦਾ ਬਚਨ ਇਵੇਂ ਚਾਹੀਦਾ ਸਾਧੂ ਨੂੰ, ਪਰ ਜੇ ਪਰਮੇਸ਼ਰ ਦੇਵੇ ਸੁੱਖ ਦੇਣ ਵਾਲੇ ਪਦਾਰਥ ਬਖਸ਼ਿਸ਼ ਕਰੇ ਅਤੇ ਗ੍ਰਹਿਣ ਕਰ ਲੈਣੇ ਚਾਹੀਦੇ। ਆਪ ਜੀ ਚੱਲੋ। ਬਹੁਤੀਆਂ ਬੇਨਤੀਆਂ ਕੀਤੀਆਂ, ਲੈ ਗਿਆ ਸਤਿਗੁਰੂ ਜੀ ਨੂੰ। ਰਾਤ ਬਤੀਤ ਹੋਈ। ਦਿਨ ਚੜ੍ਹਦਿਆਂ ਹੀ ਗੁਰੂ ਸਾਹਿਬ ਜੀ ਨੂੰ ਘੋੜਿਆਂ ਦਾ ਤਬੇਲਾ ਦਿਖਾਇਆ। ਇਸੇ ਤਰ੍ਹਾਂ ਕੱਪੜਿਆਂ ਦੇ ਥਾਨ, ਰੰਗਾਂ ਦੇ ਕੱਪੜਿਆਂ ਦੇ, ਸੋਹਣਾ ਮਕਾਨ ਜਿੱਥੇ ਸਤਿਗੁਰੂ ਜੀ ਨੂੰ ਵਿਸ਼ਰਾਮ ਕਰਨ ਵਾਸਤੇ ਥਾਂ ਦਿੱਤੀ ਸੀ, ਇਹ ਕੁਝ ਦਿਖਾਇਆ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਵੇਖੋ ਬਾਲ ਗੁਦਾਈ ਜੀ, ਇਹ ਜਿਹੜੇ ਠਾਠ ਬਾਠ ਇਹ ਰਾਜਿਆਂ ਦੇ ਹੁੰਦੇ। ਇਹ ਚੀਜ਼ਾਂ, ਇਹ ਘੋੜਿਆਂ ਦੇ ਤਬੇਲੇ ਹੋਣੇ, ਚੰਗੇ ਕੱਪੜੇ ਹੋਣੇ, ਖਾਣ ਪੀਣ ਨੂੰ ਚੰਗਾ ਚੋਖਾ ਹੋਣਾ, ਅਤੇ ਜੇ ਰਾਜਿਆਂ ਦਾ ਠਾਠ ਬਾਠ ਹੈ, ਤਿਆਗੀਆਂ ਦੀ ਅਵਸਥਾ ਨਹੀਂ ਹੈ। ਕਹਿਣ ਲੱਗੇ ਮਹਾਰਾਜ ਇਹ ਕੁਝ ਮੈਂ ਪਰਉਪਕਾਰ ਵਾਸਤੇ ਰੱਖਿਆ ਹੈ। ਕੋਈ ਆ ਜਾਏ ਗਰੀਬ ਗੁਰਬਾ ਸਾਧੂ, ਉਹਨਾਂ ਨੂੰ ਮਕਾਨ ਦੇ ਦਿੰਦਾ ਹਾਂ, ਭੋਜਨ ਛਕਣ ਨੂੰ ਦਿੰਦਾ ਹਾਂ। ਜੇ ਕੋਈ ਥੱਕ ਜਾਏ ਉਹਨੂੰ ਘੋੜੇ 'ਤੇ ਚੜ੍ਹਾ ਕੇ ਲੈ ਆਉਂਦਾ ਹਾਂ, ਥਕਾਵਟ ਦੂਰ ਕਰਦਾ ਹਾਂ। ਆਪ ਮੈਂ ਕੁਝ ਨਹੀਂ ਅੰਗੀਕਾਰ ਕਰਦਾ। ਅਤੇ ਨਾਲ ਹੀ ਸਤਿਗੁਰੂ ਜੀ ਨੂੰ ਇਹ ਦਿਖਾਇਆ ਨੇ, ਇੱਕ ਪਾਸੇ ਤੇ ਬੜੇ ਚੰਗੇ ਭੋਜਨ ਬਣ ਰਹੇ ਹਨ, ਇੱਕ ਪਾਸੇ ਭਖਰੇ ਦੀ ਰੋਟੀ ਸਾਦੀ ਜੀ, ਰੁੱਖੀ ਮਿੱਸੀ, ਉਹਦੇ 'ਤੇ ਇਹਨੇ ਸਾਗ ਪਾਇਆ ਹੈ। ਅਤੇ ਉਹ ਕਹਿੰਦਾ ਮਹਾਰਾਜ ਇਹੀ ਕੁਝ ਹੈ ਮੇਰੇ ਕੋਲ, ਮੈਂ ਤਾਂ ਆਹ ਖਾਂਦਾ। ਉਹ ਜਿਹੜੇ ਤੁਸੀਂ ਪਦਾਰਥ ਵੇਖ ਰਹੇ ਹੋ ਦੂਸਰਿਆਂ ਗਰੀਬ ਗੁਰਬੇ ਸਾਧੂਆਂ ਵਾਸਤੇ ਹੈ, ਮੈਂ ਨਹੀਂ ਖਾਂਦਾ। ਗੁਰੂ ਸਾਹਿਬ ਜੀ ਦਾ ਅਤੀਤ ਗੁਣਾ ਦੇ ਕੇ ਬੜੇ ਪ੍ਰਸੰਨ ਹੋਏ ਵੀ ਤੂੰ ਧੰਨ ਹੈ ਬਾਲ ਗੁਦਾਈ, ਇਹੋ ਜਿਹੇ ਸਾਧੂ ਹੋਣੇ ਚਾਹੀਦੇ ਹੈ।
ਜਿਹੜੇ ਦੂਸਰਿਆਂ ਦੇ ਵਾਸਤੇ ਤੇ ਇਹ ਕੁਝ ਕਰਨ ਪਰਉਪਕਾਰ ਵਾਸਤੇ, ਪਰ ਆਪ ਉਹ ਸਾਦੇ ਰਹਿਣ, ਆਪ ਉਹ ਛਕਣ ਛਕਾਉਣ ਦੇ ਚੱਕਰਾਂ 'ਚ ਨਾ ਪੈਣ। ਇਹੋ ਜਿਹਾ ਹੀ ਹੋਣਾ ਚਾਹੀਦਾ। ਫਿਰ ਗੁਰੂ ਸਾਹਿਬ ਜੀ ਨਿਹਾਲ ਕਰਕੇ ਇੱਥੇ ਇੱਕ ਰਾਤ ਰਹੇ ਆ, ਅੱਗੇ ਚੱਲਣਾ ਕੀਤਾ। ਜਿਵੇਂ ਸਿਆਲਕੋਟ ਦੀ ਧਰਤੀ 'ਤੇ ਗਏ, ਜਿੱਥੋਂ ਦਾ ਭਾਈ ਮੂਲਾ ਸੀ, ਜੋ ਸਤਿਗੁਰੂ ਜੀ ਨੂੰ ਪਹਿਲਾਂ ਵੀ ਨਾਲ ਮਿਲਿਆ ਅਤੇ ਚੱਲਿਆ ਸੀ ਨਾਲ। ਜਿਵੇਂ ਉਹਨੇ ਉਹ ਬੇਮੁਖ ਗੁਰੂ ਤੋਂ ਹੋਇਆ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ। ਜਿਵੇਂ ਬੇਮੁਖ ਹੋਇਆ ਅਤੇ ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਸਰਵਣ ਕਰੀਏ ਜੀ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਬਾਲਾ ਇਸ ਨਗਰ ਮਝਾਰਾ। ਗੁਰੂ ਨਾਨਕ ਸਾਹਿਬ ਜੀ ਸਿਆਲਕੋਟ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਇੱਥੇ ਧਰਤੀ 'ਤੇ ਵਿਚਰ ਰਹੇ ਸਨ। ਜਦੋਂ ਗੁਰੂ ਜੀ ਸਿਆਲਕੋਟ ਸ਼ਹਿਰ ਵਿੱਚ ਆਏ ਅਤੇ ਕਹਿੰਦੇ, ਹੇ ਭਾਈ ਬਾਲਾ, ਇਸ ਸਿਆਲਕੋਟ ਸ਼ਹਿਰ ਦੇ ਵਿੱਚ ਸੰਸਾਰੀ ਇੱਕ ਮੀਤ ਹਮਾਰਾ। ਇੱਕ ਸਾਡਾ ਸੰਸਾਰੀ ਮਿੱਤਰ ਹੈ, ਭਾਵ ਗ੍ਰਹਿਸਥੀ ਹੈ, ਘਰ ਦੇ ਧੰਦੇ ਕਰਨ ਵਾਲਾ। ਇੱਥੇ ਸਾਡਾ ਮਿੱਤਰ ਰਹਿੰਦਾ ਇਸ ਨਗਰ ਵਿੱਚ। ਪੂਰਬ ਗਮਨਿਆ ਜੋ ਸੰਗਾਰਾ। ਜੋ ਸਾਡੇ ਨਾਲ ਪਹਿਲਾਂ ਜਦੋਂ ਆਪਾਂ ਇੱਥੋਂ ਚੱਲੇ ਸਾਂ ਤੇ ਨਾਲ ਹੀ ਉਹ ਚੱਲਿਆ ਸੀ, ਚੱਲ ਕੇ ਗਿਆ ਸੀ ਸਾਡੇ ਨਾਲ ਨਾਲ। ਮੂਲਾ ਨਾਮ ਸੋ ਇਹਾਂ ਅਗਾਰਾ। ਉਹਦਾ ਨਾਮ ਹੈ ਭਾਈ ਮੂਲਾ। ਭਾਈ ਬਾਲਾ ਦਾ ਇੱਥੇ ਹੀ ਘਰ ਹੈ, ਸਿਆਲਕੋਟ ਸ਼ਹਿਰ ਦੇ ਵਿੱਚ। ਇਹ ਸੋ ਮਿਲਨ ਚਾਹ ਮਨ ਮੇਰਾ। ਉਸ ਭਾਈ ਮੂਲੇ ਦੇ ਨਾਲ ਸਾਡਾ ਜਿਹੜਾ ਮਨ ਉਹ ਮਿਲਣਾ ਚਾਹੁੰਦਾ, ਭਾਵ ਅਸੀਂ ਮਿਲਣਾ ਚਾਹੁੰਦੇ, ਜੀ ਕਰ ਆਇਆ ਹੈ। ਚਲੋ ਅਬੈ ਜਿਤ ਦਿਸ ਹੋਇ ਡੇਰਾ। ਚਲੋ ਹੁਣ ਜਿੱਥੇ ਵੀ ਉਸ ਮੂਲੇ ਦਾ ਡੇਰਾ ਟਿਕਾਣਾ ਘਰ ਹੈਗਾ, ਜਿਸ ਤਰਫ ਆਸ ਕਹਿ ਚੱਲ ਮੂਲੇ ਕੇ ਪਾਰ। ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਜੀ ਜਿੱਥੇ ਮੂਲੇ ਦਾ ਘਰ ਸੀ, ਉਹ ਮੂਲੇ ਦੇ ਘਰ ਦੇ ਦਰਵਾਜ਼ੇ ਦੇ ਉੱਪਰ ਆਏ ਖਰੇ ਬੇਦੀ ਸਿਰ ਮੋਰਾ। ਜੋ ਬੇਦੀਆਂ ਦੇ ਕੁਲ ਦੇ ਸ਼੍ਰੋਮਣੀ ਧੁਰਾ ਹੈ ਸਤਿਗੁਰੂ ਜੀ, ਆ ਖੜੇ ਹੋਏ ਦਰਵਾਜ਼ੇ ਉੱਪਰ। ਕਰਨੀ ਸਨਮੁਖ ਜਬਹਿ ਨਿਹਾਰੇ। ਇੱਧਰੋਂ ਮੂਲੇ ਦੀ ਘਰਵਾਲੀ ਨੇ ਜਦੋਂ ਸਾਹਮਣੇ ਹੀ ਸਤਿਗੁਰੂ ਜੀ ਹੋਣੀ ਆਉਂਦੇ ਦੇਖੇ ਐ। ਨਿਜ ਪਤ ਸੋ ਅਸ ਬਚਨ ਉਚਾਰੇ। ਆਪਣੇ ਪਤੀ ਭਾਈ ਮੂਲੇ ਨਾਲ ਇਸ ਤਰ੍ਹਾਂ ਬਚਨ ਕਹਿਣ ਲੱਗੀ, ਪੂਰਬ ਗਮਨਿਓ ਜਾਹੇ ਸੰਗਾਰੇ। ਇਹ ਪਤੀ ਜਿਸ ਨਾਲ ਤੂੰ ਪਹਿਲਾਂ ਵੀ ਜਿਨ੍ਹਾਂ ਫਕੀਰਾਂ ਸਾਧੂਆਂ ਨਾਲ ਚੱਲ ਕੇ ਗਿਆ ਸੀ, ਸੋ ਅਬ ਸਾਧ ਆਏ ਤਵ ਦੁਆਰੇ। ਉਹੀ ਹੁਣ ਸਾਧੂ ਤੇਰੇ ਦਵਾਰ ਤੇ ਆ ਖੜੋਤੇ ਐ। ਘਰ ਮਹਿ ਤੂਰਨ ਦੁਰੀਏ ਜਾਈ। ਇਸ ਕਰਕੇ ਇਹ ਪਤੀ ਤੂੰ ਘਰ ਵਿੱਚ ਛੇਤੀ ਨਾਲ ਭੱਜ ਕੇ ਲੁਕ ਜਾ। ਨਾਹੀਂ ਤਾਂ ਤੁਝ ਕੋ ਲਹਿ ਬੁਲਾਈ। ਨਹੀਂ ਤਾਂ ਉਹ ਜਿਹੜੇ ਸਾਧੂ ਤੈਨੂੰ ਪਹਿਲਾਂ ਲੈ ਗਏ ਸੀ ਨਾ, ਤੇ ਉਹ ਘਰ ਦੇ ਦਰਵਾਜ਼ੇ ਤੇ ਆ ਖੜੋਤੇ, ਤੈਨੂੰ ਫੇਰ ਬੁਲਾ ਕੇ ਲੈ ਜਾਣਗੇ। ਜਦਪ ਮੂਲਾ ਪ੍ਰਭ ਕੋ ਜਾਣਤ। ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਦੇਵ ਸਾਹਿਬ ਜੀ, ਭਾਵੇਂ ਕਿ ਜਦੋਂ ਕਿ ਇਹ ਮੂਲਾ ਇਹ ਗੱਲ ਨੂੰ ਜਾਣਦਾ ਵੀ ਸੀ ਵੀ ਗੁਰੂ ਨਾਨਕ ਸਾਹਿਬ ਜੀ ਮਹਿਮਾਨੀ ਕੀ ਰੀਤ ਪਛਾਨਤ। ਗੁਰੂ ਨਾਨਕ ਸਾਹਿਬ ਜੀ ਚੰਗੀ ਤਰ੍ਹਾਂ ਹੀ ਜਾਣਦਾ ਸਮਝਦਾ ਸੀ ਵੀ ਮਹਾਰਾਜ ਦੀ ਮਹਿਮਾ ਬੜੀ ਮਹਾਨ ਹੈ, ਚੰਗੀ ਮਹਿਮਾ ਵੀ ਜਾਣਦਾ ਸੀ, ਰੀਤੀ
ਢੰਗ ਤਰੀਕਾ ਚੰਗੀ ਤਰ੍ਹਾਂ ਹੀ ਨਾਲ ਮਹਿਮਾ ਮਹਾਰਾਜ ਦੀ ਪਛਾਣਦਾ ਜਾਣਦਾ ਸੀ। ਕਰਾਮਾਤ ਯਤ ਅੰਤਰ ਜਾਮੀ। ਤੇ ਗੁਰੂ ਨਾਨਕ ਸਾਹਿਬ ਜੀ ਵੱਡੀ ਤਾਕਤ ਦੇ ਸਹਿਤ ਹੈ ਤੇ ਹਰ ਇੱਕ ਦੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ। ਕਰਾਂ ਜੋ ਚਾਹੈ ਸਭ ਘਟ ਸੁਆਮੀ। ਜੋ ਚਾਹਣ ਉਹ ਕਰ ਸਕਦੇ ਹੈ, ਸਾਰਿਆਂ ਦੇ ਦਿਲਾਂ ਦੇ ਸੁਆਮੀ ਹੈ, ਸਾਰੇ ਸਰੀਰਾਂ ਦੇ ਸੁਆਮੀ ਹੈ, ਅੰਦਰ ਹੀ ਬੈਠੇ ਹੋਏ ਹੈ। ਤਦਪਤੀ ਨ ਮਤ ਬਿਚ ਲਾਈ। ਫਿਰ ਵੀ ਮਹਾਰਾਜ ਜਿਹੜੀ ਇਸਤਰੀ ਹੈ ਨਾ ਚੰਚਲ, ਉਹ ਇਸਤਰੀ ਨੇ ਕਹਿੰਦੇ ਇਹਦੀ ਮੂਲੇ ਦੀ ਮੱਤ ਜਿਹੜੀ ਵਿਚਲਾ ਖੱਡਾ ਬੜਾ ਦਿੱਤੀ, ਮੱਤ ਮਾਰ ਦਿੱਤੀ। ਪੂਰਨ ਭਰਿਓ ਸਦਨ ਮਹ ਜਾਈ। ਐਵੇਂ ਘਰ ਵਿੱਚ ਜਿਹੜਾ ਬਰਾਂਡਾ ਜਿਹਾ ਪਿਆ ਹੋਇਆ ਸੀ, ਉਹ ਘਰ ਦੇ ਬਰਾਂਡੇ ਵਿੱਚ ਜਾ ਵੜਿਆ ਛੇਤੀ ਦੇ ਕੇ। ਗੋ ਮੈਂ ਸੁਸਕ ਪਰੇ ਜਿਹ ਥਾਈ। ਜਿਸ ਬਰਾਂਡੇ ਵਿੱਚ ਗੋਹੇ ਜਿਹੜੇ ਗੋਬਰ ਦੇ ਸੁੱਕੇ ਗੋਹੇ ਪਏ ਹੋਏ ਸਨ, ਭਾਵ ਗੀਰਾ ਸੀ ਪਾਥੀਆਂ ਵਾਲਾ। ਵੱਡੋ ਤਿਮਰ ਤਹ ਦੇਹ ਦੁਰਾਈ। ਬੜਾ ਹਨੇਰਾ ਸੀ, ਉਸ ਗੀਰੇ ਦੇ ਵਿੱਚ ਇਹਨੇ ਆਪਣੀ ਦੇਹ ਨੂੰ ਛੁਪਾ ਲਿਆ, ਲੁਕ ਗਿਆ। ਸ੍ਰੀ ਨਾਨਕ ਜਾਨੀ ਬਿਦ ਸਾਈ। ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਸਮੂਲੇ ਦੀ ਸਾਰੀ ਵਿਧੀ ਜਾਣ ਲਈ ਵੀ ਇਹ ਗੀਰੇ ਵਿੱਚ ਲੁਕ ਗਿਆ, ਘਰ ਵਾਲੀ ਦੇ ਪਿੱਛੇ ਲੱਗ ਕੇ। ਮੂਲੇ ਮੂਲੇ ਊਚ ਅਲਾਈ। ਰੱਬ ਹੈ ਗੁਰੂ ਨਾਨਕ ਸਾਹਿਬ, ਵੇਖ ਲਓ ਮਹਾਰਾਜ ਦਾ ਪ੍ਰੇਮ। ਫਿਰ ਹੀ ਉਹ ਦੁਆਰ ਤੇ ਖੜੇ ਤੇ ਕਹਿੰਦੇ ਐ, ਹੇ ਭਾਈ ਮੂਲੇ, ਹੇ ਭਾਈ ਮੂਲੇ ਕਿੱਥੇ ਆ ਤੂੰ? ਉੱਚੀ ਸਾਰੀ 2 ਵਾਰੀ 3 ਵਾਰੀ ਕਿਹਾ ਹੈ। ਸੁਣੀ ਗੁਹਾਰ ਨਾਰ ਨਿਜ ਕਾਨਾ। ਜਦੋਂ ਸਤਿਗੁਰੂ ਜੀ ਦੀ ਆਵਾਜ਼ ਇਹ ਭਾਈ ਮੂਲੇ ਦੀ ਘਰਵਾਲੀ ਨੇ ਸੁਣੀ ਹੈ ਕੰਨਾਂ ਵਿੱਚ। ਰੱਬ ਕੇ ਸਨਮੁਖ ਬਚਨ ਬਖਾਨਾ। ਅੱਗੋਂ ਸਤਿਗੁਰੂ ਜੀ ਦੇ ਨੇ ਬਚਨ ਕਿਆ ਆਵਾਜ਼ ਦਿੱਤੀ, ਅੱਗੋਂ ਮੋੜਵਾਂ ਜਵਾਬ ਦਿੱਤਾ। ਜਿਸ ਪੁਕਾਰੇ ਸੋ ਨਹਿ ਧਾਮੋ। ਐ ਸਾਧੂਓ ਫਕੀਰੋ, ਜਿਸ ਨੂੰ ਤੁਸੀਂ ਬੁਲਾਉਂਦੇ ਨਾ ਮੇਰੇ ਪਤੀ ਨੂੰ, ਉਹ ਤੇ ਘਰ ਨਹੀਂ ਹੈਗਾ। ਕਾਜ ਕਰਨ ਗਮਨਿਓ ਕਿਤ ਗ੍ਰਾਮੋ। ਉਹ ਤੇ ਕਿਸੇ ਨਗਰ ਵਿੱਚ ਖਾਸ ਹੀ ਕੰਮ ਕਰਨ ਵਾਸਤੇ ਚਲਾ ਗਿਆ। ਐਵੇਂ ਗੱਲ ਦਾ ਮੂੰਹ ਸਿਰ ਨਹੀਂ ਰੱਖਿਆ ਵੀ ਜਾਂ ਕਹਿਣਾ ਵੀ ਫਲਾਣੇ ਪਿੰਡ ਗਿਆ ਹੈ, ਕਿਸੇ ਨਗਰ ਵਿੱਚ ਕੋਈ ਸੁਰ ਪਤਾ ਨਹੀਂ ਦਿੱਤਾ, ਗੱਲ ਦਾ ਮੂੰਹ ਸਿਰ ਨਹੀਂ ਛੱਡਿਆ। ਕਹਿੰਦੇ ਵੀ ਕਿਸੇ ਨਗਰ ਵਿੱਚ ਕੰਮ ਕਰਨ ਵਾਸਤੇ ਚਲਾ ਗਿਆ ਹੈ। ਦੋਹਰਾ ਸੁਨ ਕਾ ਸ੍ਰੀ ਗੁਰ ਬਚ ਕਹਿਓ। ਸੁਣ ਕੇ ਸਤਿਗੁਰੂ ਜੀ ਨੇ ਬਚਨ ਕਿਹਾ। ਬੇਮੁਖ ਕਰਨ ਬਹੀਨਾ। ਉਹ ਮੂਲਿਆ ਬੇਮੁਖਾ, ਚੰਗੇ ਕਰਮਾਂ ਤੋਂ ਹੀਣਿਆ, ਆ ਕਰਮਾਂ ਤੋਂ ਹੀਣੇ ਮੂਲੇ। ਹਮ ਆਏ ਤੁਝ ਮਿਲਨ ਕੋ। ਉਹ ਅਸੀਂ ਤੇ ਤੈਨੂੰ ਮਿੱਤਰ ਆਪਣਾ ਸਮਝ ਕੇ, ਸਾਥੀ ਸਮਝ ਕੇ ਚੱਲ ਕੇ ਤੇਰੇ ਘਰ ਵਿੱਚ ਮਿਲਣ ਵਾਸਤੇ ਆਏ ਸੀ। ਛਪਨ ਸਭਨ ਮਹਿ ਕੀਨਾ। ਤੇ ਤੂੰ ਘਰ ਵਾਲੀ ਦੇ ਪਿੱਛੇ ਲੱਗ ਕੇ ਬਰਾਂਡੇ ਦੇ ਵਿੱਚ ਜਾ ਕੇ ਐਵੇਂ ਘੀਰੇ ਵਿੱਚ ਛੁਪਣਾ ਕੀਤਾ, ਲੋਗਿਆ। ਚੌਪਈ ਜੀਵਨ ਝੂਠਾ ਵਰਨ ਸੱਚ ਕਹਾਣੀ। ਪਹਿਲਾਂ ਕਿਵੇਂ ਟਕਾ ਸੋਨੇ ਦਾ ਵੇਖ ਕੇ ਲੈ ਕੇ ਤੇ ਭਾਈ ਮਰਦਾਨੀ ਨੂੰ ਕਹਿੰਦਾ ਸੀ ਵੀ ਜਿਉਣਾ ਝੂਠ ਹੈ ਤੇ ਮਰਨਾ ਸੱਚ ਕਹਿੰਦਾ ਸੀ। ਮੂੜ ਮਤੀ ਪਰ ਭੇਦ ਨਾ ਲਹਾਈ। ਉਹ ਮੂਰਖ ਮਤੀ, ਮੂਰਖ ਮਤ ਵਾਲਿਆ, ਪਰ ਭੇਦ ਨਹੀਂ ਲਿਆ, ਭੇਦ ਨਹੀਂ ਨਾ ਜਾਣਿਆ ਵੀ ਜਿਉਣਾ ਝੂਠ ਮਰਨਾ ਸੱਚ ਹੈ। ਤੇ ਲੁਕਦਾ ਫਿਰਦਾ ਘਰ ਵਾਲੀ ਦੇ ਪਿੱਛੇ ਲੱਗ ਕੇ। ਤੇ ਉਹ ਹੁਣ ਤੇ ਨਹੀਂ ਨਾ ਤੂੰ ਜਾਣਿਆ ਵੀ ਮਰ ਹੀ ਜਾਣਾ ਇੱਕ ਦਿਨ, ਉਦਣ ਵੀ ਤੇ ਛੱਡ ਕੇ ਜਾਏਗਾ ਨਾ ਘਰ। ਹੁਣ ਤੂੰ ਲੁਕਦਾ ਫਿਰਦਾ ਹੈ। ਕਹੇ ਨਾਰ ਕੇ ਦੁਰਯੋਗਾਰਾ। ਆਪਣੀ ਘਰ ਵਾਲੀ ਦੇ ਕਹੇ ਕਰਕੇ ਹੀ ਛੁਪ ਗਿਆ ਘਰ ਦੇ ਘੀਰੇ ਵਿੱਚ। ਅਸ ਕਹਿ ਬਹੁਰ ਸਲੋਕ ਉਚਾਰਾ। ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਨੇ ਵੀ ਠੀਕ ਹੈ, ਜੇ ਨਹੀਂ ਨਾ ਹੈਗਾ ਤੇ ਫਿਰ ਇਹ ਹੈਗਾ ਹੀ ਨਹੀਂ ਹੈ, ਜਦੋਂ ਹੈ ਹੀ ਨਹੀਂ ਤੇ ਹੈ ਹੀ ਨਹੀਂ ਹੈ। ਇਹ ਕਹਿ ਕੇ ਸਤਿਗੁਰੂ ਜੀ ਨੇ ਜਿਹੜੇ ਵਾਰਾਂ ਤੇ ਵਧੀਕ ਵਿੱਚ ਜਿੱਥੇ ਬਚਨ ਆਉਂਦੇ ਉੱਥੇ ਸਲੋਕ ਇੱਕ ਉਚਾਰਿਆ ਹੈ। ਸਲੋਕ ਨਾਲ ਕਰਾੜਾ ਦੋਸਤੀ। ਮਹਾਰਾਜ ਕਹਿੰਦੇ ਪਹਿਲਾਂ ਸਾਖੀ ਅਰਥ ਵੀ ਨਾਲ ਕਿਰਾੜਾਂ ਦੋਸਤੀ। ਆ ਜਿਹੜੇ ਕਿਰਾੜ ਕਹਿੰਦਾ ਬਾਣੀਏ, ਮਾਇਆ ਦੇ ਲੋਭੀ ਪੁਰਸ਼, ਕਿਉਂਕਿ ਬਾਣੀਆਂ ਸੀ ਨਾ ਮੂਲਾ,
ਵੀ ਲੈਣ ਦੇਣ ਕਰਦਾ ਸੀ ਮਾਇਆ ਦਾ ਇੱਧਰ ਉੱਧਰ। ਜਿਹੜੇ ਮਾਇਆ ਦਾ ਲੈਣ ਦੇਣ ਕਰਨ ਉਹ ਲੋਭੀ ਹੁੰਦੇ ਆ। ਮਾਇਆ ਦਾ ਲੋਭੀ ਪੁਰਸ਼ ਇਹ ਬਾਣੀਆਂ ਸੀ ਮੂਲਾਂ। ਅਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਕਿਰਾੜਾਂ, ਜਿਹੜੇ ਮਾਇਆ ਦੇ ਲੋਭੀ ਪੁਰਸ਼ਾਂ ਨਾਲ ਦੋਸਤੀ ਕਰਨੀ ਹੈ, ਮਿੱਤਰਤਾ ਕਰਨੀ, ਪ੍ਰੀਤੀ ਕਰਨੀ ਹੈ, ਸਭ ਵਿਅਰਥ ਹੈ, ਕਿਸੇ ਕੰਮ ਨਹੀਂ ਆਉਂਦੀ, ਕਿਸੇ ਥਾਂ ਤੱਕ ਨਿਭਾ ਨਹੀਂ ਸਕਦੇ ਇਹ। ਕੂੜਾ ਕੂੜੀ ਪਾਏ। ਇਹ ਝੂਠੇ ਪੁਰਸ਼ਾਂ ਦੀ ਝੂਠੀ ਹੀ ਜਿਹੜੀ ਹੈ ਸੋਭਾ ਹੁੰਦੀ ਹੈ, ਝੂਠੀ ਉਹਨਾਂ ਦੀ ਇੱਜ਼ਤ ਹੁੰਦੀ ਹੈ। ਉਹਨਾਂ ਦੇ ਨਾਲ ਪ੍ਰੀਤੀ ਕਰਨੀ, ਝੂਠਿਆਂ ਨਾਲ ਝੂਠੀ ਪ੍ਰੀਤੀ ਹੁੰਦੀ, ਕਿਸੇ ਕੰਮ ਨਹੀਂ ਆਉਂਦੀ। ਮਰਨ ਨਾ ਜਾਪੈ ਮੂਲਿਆ। ਇਹ ਮੂਲਿਆ ਮਰਨਾ ਤੇ ਤੂੰ ਜਾਣਿਆ ਹੀ ਨਹੀਂ ਹੈ। ਆਵਾ ਕਿਤੈ ਥਾਏ। ਉਹ ਜਿਹੜੀ ਮੌਤ ਕਿਸ ਥਾਂ ਜਾ ਕੇ ਆ ਜਾਣੀ ਹੈ, ਉਧਰ ਤੇ ਤੂੰ ਭੁੱਲ ਹੀ ਬੈਠਾ ਵੀ ਮੌਤ ਲੱਗਦੀ ਹੋਣੀ ਤੇ ਲੁਕ ਜਾਵਾਂ, ਜਾਣਾ ਨਾ ਪਵੇ। ਉਦਣ ਵੀ ਘਰ ਛੱਡ ਕੇ ਜਾਣਾ ਹੀ ਹੈ, ਇੱਕ ਦਿਨ ਤੇ ਜਾਣਾ ਹੀ ਆ ਨਾ। ਹੁਣ ਤੂੰ ਲੁਕਦਾ ਹੈ। ਇਸੇ ਪ੍ਰਕਾਰ ਨਾਲ ਕਿਰਾੜਾ ਦੋਸਤੀ। ਕਿਰਾੜਾ ਜਿਹੜੇ ਕਠੋਰ ਚਿੱਤ ਵਾਲੇ ਨਾ, ਕਠੋਰ ਚਿੱਤ ਸੁਭਾਅ ਵਾਲੇ ਪੁਰਸ਼ ਹੈ, ਇਹਨਾਂ ਨਾਲ ਜਿਹੜੀ ਦੋਸਤੀ ਕਰਨੀ ਹੈ, ਮਿੱਤਰਤਾ ਕਰਨੀ, ਪ੍ਰੀਤੀ ਕਰਨੀ, ਸਭ ਵਿਅਰਥ ਮਾੜੀ ਹੀ ਹੈ। ਕੂੜਾ ਕੂੜੀ ਪਾਏ। ਇਹ ਝੂਠਿਆਂ ਦੇ ਨਾਲ ਝੂਠੀ ਪ੍ਰੀਤੀ ਕੀਤੀ ਹੋਈ, ਝੂਠੀ ਸੋਭਾ ਹੁੰਦੀ ਉਹਦੇ ਨਾਲ। ਕੂੜੇ ਕੂੜੀ ਪਾਏ, ਝੂਠੇ ਪੁਰਸ਼ਾਂ ਨਾਲ ਜਿਹੜੀ ਹੈ ਝੂਠੀ ਸੋਭਾ ਹੁੰਦੀ ਹੈ, ਝੂਠੀ ਇਹਨਾਂ ਦੀ ਪ੍ਰੀਤੀ ਹੁੰਦੀ ਹੈ, ਝੂਠੀ ਇਹਨਾਂ ਦੀ ਇੱਜ਼ਤ ਹੁੰਦੀ ਹੈ। ਮਰਨ ਨਾ ਜਾਪੈ ਮੂਲਿਆ। ਇਹ ਮੂਲਿਆ ਤੂੰ ਤੇ ਮੂਲਿਆ ਕਹੀਏ, ਇੱਕ ਤੇ ਸਾਖੀ ਨਾਲ ਲਾ ਲੈਣਾ ਵੀ ਇਹ ਮੂਲਿਆ, ਤੇ ਭਾਈ ਤੂੰ ਤੇ ਮੂਲਿਆ ਕਹੀਏ ਉੱਕਾ ਹੀ ਜਿਹੜਾ ਮਰਨਾ ਨਹੀਂ ਜਾਣਿਆ। ਅਰਥ ਵਾਸਤੇ ਮੂਲਿਆ ਮਰਨ ਨਾ ਜਾਪੈ ਕਿਤੇ ਥਾਏ ਆਵੇ। ਵੀ ਉੱਕਾ ਹੀ ਮਰਨਾ ਨਹੀਂ ਜਾਣਿਆ, ਸਮਝਿਆ ਵੀ ਕਿਸ ਥਾਂ ਜਿਹੜੀ ਮੌਤ ਆ ਜਾਣੀ ਹੈ, ਜਮਾਂ ਹੀ ਭੁੱਲ ਬੈਠਾ ਹੈ। ਆਵਾ ਕਿਤੈ ਥਾਏ। ਇਹ ਕਿਸ ਥਾਂ ਮੌਤ ਆ ਜਾਣੀ ਹੈ। ਜੋ ਪਈ ਇਸ ਬਿਦ ਕਹਿ ਮਕਰੰਦੀ ਬਦਨਾ। ਇਸ ਤਰ੍ਹਾਂ ਕਹਿ ਕੇ ਕਮਲ ਮੁਖ ਵਾਲੇ ਸਤਿਗੁਰੂ ਜੀ ਚੱਲੇ ਪੀਠ ਕਰ ਦੇ ਕਰ ਨਿਜ ਸਦਨਾ। ਚੱਲੇ ਪੀਠ ਦੇ ਕਰ ਨਿਜ ਸਦਨਾ। ਇਹਦੇ ਘਰ ਵੱਲ ਨੂੰ ਪਿੱਠ ਦੇ ਕੇ ਆਪਣੇ ਸਤਿਗੁਰੂ ਜੀ ਚੱਲ ਪਏ। ਤਿਸ ਖਿਨ ਸਿਆਮ ਨਾਗ ਤਹ ਨਿਗਸਾ। ਉਸ ਸਮੇਂ ਕਹਿੰਦੇ ਇੱਕ ਕਾਲਾ ਨਾਗ ਘੀਰੇ ਦੇ ਵਿੱਚ ਉਸੇ ਵੇਲੇ ਨਿਕਲਿਆ। ਸਿਮਰ ਵਿਖਾ ਮੂਲੇ ਕੋ ਡਸਾ। ਹਨੇਰੇ ਦੇ ਵਿੱਚ ਹੀ ਮੂਲੇ ਨੂੰ ਡਸ ਦਿੱਤਾ ਨਾਗ ਨੇ ਡੰਗ ਮਾਰ ਕੇ। ਹਾਏ ਹਾਏ ਕਰ ਬਾਹਰ ਆਇਓ। ਹਾਏ ਮਰ ਗਿਆ ਕਰਕੇ ਬਾਹਰ ਆਇਆ। ਘੀਰੇ 'ਚ ਫਿਰ ਚੀਕਾਂ ਮਾਰਦਾ, ਪਾਪੀ ਕਰਮ ਕਮਾਵਦੇ, ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ। ਵੀ ਇਹ ਵੀ ਪਾਪ ਹੀ ਹੈ ਨਾ, ਵੀ ਰੱਬ ਘਰ ਵਿੱਚ ਮਿਲਣ ਆਏ ਹੈ ਅਤੇ ਅੱਗੋਂ ਜਵਾਬ ਦੇਣਾ ਵੀ ਤੇ ਹੈ ਨਹੀਂ ਹੈ, ਵੀ ਪਾਪ ਹੀ ਹੈ ਨਾ ਬੜਾ ਤਗੜਾ। ਅਤੇ ਉਹ ਹਾਏ ਹਾਏ ਫਿਰ ਕੀਤਾ, ਕਹਿੰਦੇ ਹਾਏ ਮਰ ਗਿਆ ਕਰਕੇ ਬਾਹਰ ਆਇਆ ਭਾਈ ਮੂਲਾ। ਨਿਜ ਨਾਰੀ ਸੋ ਬੈਨ ਲਾਇਓ। ਫਿਰ ਆਪਣੀ ਘਰ ਵਾਲੀ ਨੂੰ ਬੜੀ ਉੱਚੀ ਉੱਚੀ ਬੋਲ ਕੇ ਕਹਿਣ ਲੱਗਾ, ਕਰਮਹੀਨਤਾ ਮੋਕੋ ਮਾਰਿਓ। ਉਹ ਮਾੜੀਏ ਇਸਤਰੀਏ, ਕਰਮਾਂ ਤੋਂ ਹੀਣੀਏ, ਤੂੰ ਮੈਨੂੰ ਮਾਰਿਆ ਹੀ, ਅੱਜ ਮਾਰੀ ਦਿੱਤਾ ਈ। ਚੜੀ ਸੀਸ ਮਮ ਜੀਵ ਬਿਦਾਰਿਓ। ਤੂੰ ਮੇਰੇ ਸਿਰੇ ਚੜੀ ਹੋਈ ਆ, ਮੇਰੇ ਸੀਸ 'ਤੇ ਚੜੀ ਹੋਈ ਨਾ ਜਿਹੜੀ, ਇਹ ਸਿਰ 'ਤੇ ਚੜੀ ਹੋਈ ਕਰਕੇ ਮੇਰਾ ਜੀਵਨ ਜਿਹੜਾ ਤੂੰ ਨਾਸ ਕਰ ਦਿੱਤਾ ਅੱਜ। ਕਿਤ ਦਿਸ ਗਮਨੇ ਦੇਹੋ ਬਿਤਾਈ। ਉਹ ਰੱਬ ਰੂਪ ਜੋ ਗੁਰੂ ਨਾਨਕ ਸਾਹਿਬ ਹੈ, ਕਿਸ ਤਰਫ ਚਲੇ ਗਏ ਤੂੰ ਮੈਨੂੰ ਦੱਸ ਦੇ। ਆਪਣੇ ਗੁਨਾਹ ਲਿਓ ਬਖਸ਼ਾਈ। ਮੈਂ ਆਪਣਾ ਜਿਹੜਾ ਗੁਨਾਹ ਔਗਣ ਕੀਤਾ, ਨਰਾਦਰੀ ਕੀਤੀ, ਉਹ ਬਖਸ਼ਾ ਲਵਾਂਗਾ। ਤਿਹ ਖਿਨ ਭਈ ਮੂਰਛਾ ਦੇਹੀ। ਉਧਰੋਂ ਸੱਪ ਲੜਿਆ, ਉਧਰੋਂ ਉੱਚੀ ਉੱਚੀ ਬੋਲਦਾ ਸੀ, ਜਿਸ ਕਰਕੇ ਉਸੇ ਸਮੇਂ ਕਹਿੰਦੇ ਦੇਹ ਮੂਰਛਤ ਹੋ ਗਈ, ਬੇਹੋਸ਼ ਹੋ ਗਿਆ। ਬੋਲਣ ਕੀ ਸੁਧ ਰਹੀ ਨਾ ਕੇਹੀ। ਬੋਲਣ ਦੀ ਤੇ ਫਿਰ ਉਹ ਸੁੱਧ ਹੀ ਨਹੀਂ ਰਹੀ, ਕੋਈ ਬੋਲਿਆ ਹੀ ਨਹੀਂ ਜਾ ਰਿਹਾ, ਬੇਹੋਸ਼ ਹੋ ਕੇ ਡਿੱਗ ਪਿਆ। ਨਗਰ ਵਿਖਾ ਪ੍ਰਗਟਿਓ ਸੋ ਬਿਰਤੰਤਾ। ਇੱਧਰ ਸ਼ਹਿਰ ਦੇ ਵਿੱਚ ਤੇ ਸਾਰੇ ਪਾਸੇ ਪ੍ਰਸੰਗ ਪ੍ਰਗਟ ਹੋ ਗਿਆ। ਮੋਲੇ ਘਰੀ ਗਏ ਪੂਰਨ ਸੰਤਾ। ਕਹਿੰਦੇ ਵੀ ਆ ਜੋ ਮੂਲਾ ਹੈ ਨਾ ਬਾਣੀਆਂ,
ਇਹਦੇ ਘਰ ਵੀ ਪੂਰਨ ਸੰਤ ਗੁਰੂ ਨਾਨਕ ਸਾਹਿਬ ਗਏ ਸੀ। ਸੋਦਰ ਗਇਓ ਨਾਰ ਕੇ ਭਾਖੇ। ਦੇਖੋ ਕਿੱਡਾ ਮੱਤ ਤੇ ਪੜਦਾ ਪਿਆ, ਘਰ ਵਾਲੀ ਦੇ ਕਹੇ ਦੇ ਇਹ ਜਿਹੜਾ ਘਰ ਜਾ ਕੇ ਲੁਕ ਗਿਆ ਘੀਰੇ ਵਿੱਚ। ਤਿਨ ਕੋ ਮਿਲਿਓ ਨਾ ਕਰ ਅਬਲਾਖੇ। ਘਰ ਸੰਤ ਆਏ ਸੀ, ਪ੍ਰੇਮ ਨਾਲ ਮਿਲਦਾ, ਉਹ ਚਾਅ ਨਾਲ ਮਿਲਿਆ ਨਹੀਂ ਹੈ, ਜਿਸ ਕਰਕੇ ਕਰੀ ਅਵਗਿਆ ਸਰਪ ਚਬਾਇਓ। ਮਿਲਿਆ ਹੀ ਨਹੀਂ ਹੈ, ਕੋ ਲੁਕ ਗਿਆ। ਘਰ ਵਾਲੀ ਵੀ ਝੂਠ ਝਾਠ ਬੋਲਦੀ ਹੈ ਵੀ ਹੈ ਨਹੀਂ ਹੈ ਘਰ। ਉਹ ਕਹਿੰਦੇ ਫਿਰ ਹੈਗਾ ਹੀ ਨਹੀਂ ਤੇ ਹੈ ਹੀ ਨਹੀਂ ਹੈ। ਅਵਗਿਆ ਕੀਤੀ, ਨਿਰਾਦਰੀ ਕੀਤੀ, ਸੱਪ ਨੇ ਚੱਬ ਲਿਆ, ਡੰਗ ਮਾਰ ਦਿੱਤਾ ਉਸ ਨੂੰ। ਬੋਲਤ ਨਹੀਂ ਗਿਰਿਓ ਮਰਸ਼ਾਇਓ। ਹੁਣ ਤੇ ਉਹ ਬੋਲ ਹੀ ਨਹੀਂ ਰਿਹਾ ਹੈ ਤੇ ਮੂਰਛਤ ਹੋ ਕੇ ਬੇਹੋਸ਼ ਹੋ ਕੇ ਡਿੱਗ ਪਿਆ ਧਰਤੀ ਤੇ। ਇਸ ਬਿਦ ਸੁਨ ਕੈ ਪੁਰ ਨਰ ਨਾਰੀ। ਇਸ ਤਰ੍ਹਾਂ ਸੁਣ ਕੇ ਸਿਆਲਕੋਟ ਸ਼ਹਿਰ ਦੇ ਸਭ ਮਾਈ ਭਾਈ ਆਵਹਿ ਧਾਏ ਨਿਕੇਤ ਮਝਾਰੀ। ਆ ਇਹਦੇ ਘਰ ਵਿੱਚ ਮੂਲੇ ਦੇ ਦੌੜ ਦੌੜ ਕੇ ਆਉਂਦੇ, ਡਾਰਾਂ ਦੀਆਂ ਡਾਰਾਂ ਬਣਾ ਕੇ। ਸ੍ਰੀ ਗੁਰ ਵਹਿਰ ਨਗਰ ਤੇ ਆਏ। ਗੁਰੂ ਨਾਨਕ ਸਾਹਿਬ ਜੀ ਵੀ ਉਹ ਇੱਧਰੋਂ ਸਿਆਲਕੋਟ ਸ਼ਹਿਰ ਤੋਂ ਬਾਹਰ ਆ ਗਏ। ਬੈਠੇ ਦੇਖ ਰਚਰ ਇੱਕ ਥਾਏ। ਇੱਕ ਸੋਹਣੀ ਥਾਂ ਦੇ ਕੇ ਮਹਾਰਾਜ ਬੈਠ ਗਏ, ਜਿੱਥੇ ਬੇਰ ਸਾਹਿਬ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਬ੍ਰਿੰਦ ਲੋਕ ਤਿਹ ਸਦਨ ਸਿਧਾਰੇ। ਬਹੁਤ ਲੋਕ ਕਹਿੰਦੇ ਐਵੇਂ ਮੂਲੇ ਦੇ ਘਰ ਚਲੇ ਗਏ। ਮਿਲੇ ਪਰਸ ਪਰ ਬਚਨ ਉਚਾਰੇ। ਆਪੋ ਵਿੱਚ ਮਿਲ ਮਿਲ ਕੇ ਗੱਲਾਂ ਕਰਕੇ ਕਹਿੰਦੇ ਆ ਇੱਕ ਦੂਜੇ ਨੂੰ। ਸ੍ਰੀ ਨਾਨਕ ਬੈਠੇ ਜਹ ਜਾਈ। ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਜਿਸ ਥਾਂ ਜਾ ਕੇ ਬੈਠੇ ਹੈਗੇ ਆ ਨਾ, ਤੂਰਨ ਲੈ ਚੱਲੀਏ ਤਿਹ ਥਾਈ। ਇਹ ਬੜੀ ਛੇਤੀ ਦੇ ਕੇ ਉਸ ਥਾਂ ਇਹ ਮੂਲੇ ਨੂੰ ਲੈ ਚੱਲੀਏ ਉੱਥੇ। ਮਹਾਪੁਰਖ ਪੂਰਨ ਹੈ ਸੋਈ। ਜੋ ਆਏ ਸਨ ਇਹਨਾਂ ਘਰ ਤੇ ਬੜੇ ਮਹਾਂਪੁਰਖ ਪਰਮੇਸ਼ਰ ਦਾ ਰੂਪ ਹੀ ਸਨ। ਬਖਸ਼ਿਆ ਖਤਾ ਕਰੀ ਤਿਨ ਜੋਈ। ਜਿਉ ਇਹਨੇ ਭੁੱਲ ਗਲਤੀ ਕੀਤੀ ਹੈ, ਗੁਨਾਹ ਕੀਤਾ, ਉਹੀਓ ਬਖਸ਼ ਸਕਦੇ, ਉਹੀਓ ਬਖਸ਼ਣਗੇ। ਹਸ ਕਹਤਾ ਹੈ ਮੰਚ ਪਰ ਪਾਏ। ਇਸ ਤਰ੍ਹਾਂ ਕਹਿ ਕਰਕੇ ਮੂਲੇ ਨੂੰ ਇੱਕ ਪਲੰਘ ਦੇ ਉੱਪਰ ਪਾ ਲਿਆ। ਚਤੁਰ ਲੋਕ ਸਿਰ ਲੀਨ ਉਚਾਏ। ਉਸ ਪਲੰਘ ਨੂੰ ਚਾਰ ਲੋਕਾਂ ਨੇ ਜਿਹੜਾ ਉਠਾ ਲਿਆ ਤਾਂ ਨੂੰ। ਗਮਨ ਕੀਨ ਤਿਤ ਦੇਸ ਨਰ ਬ੍ਰਿੰਦਾ। ਸਾਰਿਆਂ ਨੇ ਚੱਲੜਾ ਕੀਤਾ ਉਸ ਤਰਫ ਬਹੁਤੇ ਲੋਕਾਂ ਨੇ। ਜਿਤ ਦੇਸ ਸੁਨੇ ਸ਼੍ਰਵਣ ਸੁਖ ਕੰਦਾ। ਜਿਸ ਤਰਫ ਇਹਨਾਂ ਕੰਨਾਂ ਵਿੱਚ ਸੁਣਿਆ ਸੀ ਵੀ ਸੁੱਖਾਂ ਦੇ ਦਾਤੇ, ਸੁੱਖਾਂ ਦੇ ਬੱਦਲ ਗੁਰੂ ਨਾਨਕ ਸਾਹਿਬ ਜੀ ਇੱਧਰ ਬੈਠੇ ਹੋਏ ਸ਼ਹਿਰ ਦੇ ਬਾਰ-ਬਾਰ, ਉਧਰ ਤਰਫੇ ਸਾਰਿਆਂ ਨੇ ਚੱਲਣਾ ਕੀਤਾ ਤੇ ਮੂਲੇ ਨੂੰ ਚੁੱਕਿਆ ਹੋਇਆ ਹੈ। ਨਿੰਦਾ ਮੋਲੇ ਕੀ ਸਭ ਕਰਹਿ। ਮੂਲੇ ਦੀ ਸਾਰੇ ਨਿੰਦਿਆ ਕਰੇ ਵੀ ਵੇਖੋ ਰੱਬ ਰੂਪ ਗੁਰੂ ਨਾਨਕ ਸਾਹਿਬ ਘਰ ਦੇ ਦਰਵਾਜ਼ੇ ਅੱਗੇ ਆਏ ਮਿੱਤਰ ਨੂੰ ਮਿਲਣ ਵਾਸਤੇ, ਉੱਚੀ ਉੱਚੀ ਆਵਾਜ਼ਾਂ ਮਾਰਦੇ ਰਹੇ ਤੇ ਘਰ ਵਾਲੀ ਨੇ ਕੋਈ ਝੂਠ ਮਾਰਿਆ ਹੈ। ਕਿੰਨੀ ਮਾੜੀ ਕੀਤੀ ਹੈ ਵੀ ਘਰ ਵਾਲੀ ਦੇ ਪਿੱਛੇ ਲੱਗ ਕੇ ਲੁਕਿਆ ਰਿਹਾ ਹੈ। ਸ੍ਰੀ ਨਾਨਕ ਕੋ ਸਜਾਸੋ ਚਰਹੀ। ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਉਚਾਰਦੇ ਵੀ ਕਿੱਥੋਂ ਦਾ ਕਿੱਥੋਂ ਚੱਲ ਕੇ ਚਰਨਾਂ ਨਾਲ ਮਿਲਣ ਆਏ ਸੀ। ਮੂਲੇ ਨੇ ਮਾੜੀ ਕੀਤੀ ਹੈ, ਮਿਲਿਆ ਨਹੀਂ ਹੈ। ਆ ਹੁਣ ਫਲ ਮਿਲ ਗਿਆ ਨਾ, ਸੱਪ ਲੜ ਗਿਆ, ਹੁਣ ਕਿਵੇਂ ਬੁਰੀ ਹਾਲਤ ਹੋ ਗਈ ਹੈ। ਗੁਰੂ ਸਾਹਿਬ ਜੀ ਦਾ ਜਸ ਉਚਾਰਦੇ ਵੀ ਮਹਾਨ ਹੈ, ਪਰਮੇਸ਼ਰ ਰੂਪ ਹੈ। ਉਹਨਾਂ ਦੀ ਨਿਰਾਦਰੀ ਕੀਤੀ ਤੇ ਅਵੱਗਿਆ ਦਾ ਫਲ ਪਾ ਲਿਆ ਮੂਲੇ ਨੇ, ਤੇ ਮੂਲੇ ਦੀ ਨਿੰਦਿਆ ਕਰਦੇ ਲੋਕ। ਰੰਕ ਰਾਏ ਜਿਨ ਸੁਧ ਸਨ ਪਾਈ। ਕੋਈ ਕੰਗਾਲ ਹੈ, ਕੋਈ ਅਮੀਰ ਹੈ, ਜਿੰਨੇ ਵੀ ਖਬਰ ਸਾਰ ਕੰਨਾਂ ਵਿੱਚ ਸੁਣ ਕੇ ਪਾਈ ਹੈ। ਮਾਰਗ ਬਿਖਾ ਮਿਲੈ ਸਭ ਧਾਈ। ਉਹ ਸਾਰੇ ਦੌੜ ਦੌੜ ਕੇ ਰਸਤੇ ਵਿੱਚ ਹੀ ਆਣ ਕੇ ਮਿਲ ਰਹੇ ਹੈ, ਜਿੱਥੇ ਮੂਲੇ ਨੂੰ ਚੁੱਕੀ ਜਾ ਰਹੇ ਹੈ। ਮੂਲੇ ਸਹਤ ਭੀਰ ਵੱਡ ਭਾਰੀ। ਭਾਈ ਮੂਲੇ ਨੂੰ ਪਲੰਘ ਤੇ ਚੁੱਕਿਆ ਹੋਇਆ ਚਾਰ ਜਾਣਿਆਂ ਨੇ, ਉਹ ਸਾਰਿਆਂ ਦੇ ਸਹਿਤ
ਬੜੀ ਵੱਡੀ ਭਾਰੀ ਭੀੜ ਲੱਗੀ ਹੋਈ ਨਾਲ ਜਾ ਰਹੀ ਹੈ। ਸਭ ਚਲ ਆਏ ਗੁਰੂ ਅਗਾਰੀ। ਸਾਰੇ ਚੱਲ ਕੇ ਸਤਿਗੁਰੂ ਜੀ ਦੇ ਅੱਗੇ ਆਏ, ਸਨਮੁਖ ਆਏ ਹੈ। ਪਦ ਅਰਬਿੰਦ ਬੰਦਨਾ ਕਰਹੀ। ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕੀਤੀ। ਸਭ ਨੇ ਆਣ ਕੇ ਮੱਥੇ ਟੇਕੇ ਹੈ। ਬਿਨਤੀ ਕਰਾਂ ਪੌਰ ਧਰਹੀ। ਹਿਰਦੇ ਵਿੱਚ ਬਹੁਤ ਪ੍ਰੇਮ ਧਾਰ ਕੇ ਬੇਨਤੀਆਂ ਕਰਦੇ ਐ। ਮਚ ਪਰ ਤੇ ਉਤਾਰ ਤਿਹ ਤਾਈ। ਤੇ ਇਸ ਤਰ੍ਹਾਂ ਵੀ ਮੂਲੇ ਭਾਈ ਮੂਲੇ ਦੇ ਤਾਈ ਪਲੰਘ ਉੱਪਰੋਂ ਲਾ ਕਰਕੇ ਗੁਰੂ ਗੁਰ ਆਗੇ ਸੋ ਦੀਅ ਪੜਾਈ। ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਇਸ ਨੂੰ ਲਿਟਾ ਦਿੱਤਾ ਹੈ। ਹੱਥ ਬੰਦ ਠਾਂਡੇ ਹੋਇਆ ਸਭ ਹੀ। ਸਾਰੇ ਜਾਣੇ ਜਿਹੜੇ ਨਾ ਸਿਆਲਕੋਟ ਸ਼ਹਿਰ ਦੇ ਬੜੀ ਭੀੜ ਪਈ ਹੋਈ ਹੈ, ਹੱਥ ਜੋੜ ਕੇ ਖੜੇ ਹੋਏ ਹੈ। ਬਿਨਤੀ ਕਹਾਂ ਪੌਰ ਧਰਹੀ। ਬੇਨਤੀਆਂ ਕਹਿੰਦੇ ਆ, ਹਿਰਦੇ ਵਿੱਚ ਬਹੁਤ ਸ਼ਰਧਾ ਪ੍ਰੇਮ ਧਾਰਦੇ ਨਾਲ ਗੁਣ ਹੈ ਵੰਦ ਲਖ ਤੁਮ ਨ ਮਾਰਾ। ਇਹਨਾਂ ਦਾ ਖਿਆਲ ਸੀ ਵੀ ਜੋ ਇਹ ਕਹਿ ਰਹੇ ਆ, ਕਹਿੰਦੇ ਮਹਾਰਾਜ ਇਹਨੂੰ ਗੁਨਾਹਗਾਰ ਜਾਣ ਕੇ, ਕਸੂਰਵਾਰ ਪਾਪੀ ਜਾਣ ਕੇ ਆਪ ਜੀ ਨੇ ਮਾਰਿਆ ਹੈ। ਕਿਰਪਾ ਧਾਰ ਅਬ ਦੇਹੁ ਜਿਵਾਰਾ। ਹੁਣ ਕਿਰਪਾ ਦੀ ਦ੍ਰਿਸ਼ਟੀ ਧਾਰ ਕੇ ਇਸ ਨੂੰ ਜੀਵਤ ਕਰ ਦਿਓ ਜੀ। ਜਾਨ ਬੂਝ ਇਹ ਭਇਓ ਅਜਾਨਾ। ਇਹ ਜਾਣ ਬੁੱਝ ਕੇ ਸਮਝਦਾ ਹੋਇਆ ਵੀ ਸਭ ਪਤਾ ਹੈ ਵੀ ਤੁਸੀਂ ਅੰਤਰਜਾਮੀ ਹੋ, ਪਰਮੇਸ਼ਰ ਰੂਪ ਹੋ, ਜਾਣ ਬੁੱਝ ਕੇ ਸਮਝ ਕੇ ਸਭ ਕੁਝ ਅਜਾਣ ਹੋਇਆ, ਬੇਸਮਝ ਹੋਇਆ ਬਣਿਆ ਹੈ। ਪਰੇਰਿਓ ਤੀਕ ਮਤ ਵਰ ਜਾਨਾ। ਮਹਾਰਾਜ ਘਰ ਵਾਲੀ ਦਾ ਪ੍ਰੇਰਿਆ ਹੋਇਆ ਖੋਟੀ ਮਤ ਵਿੱਚ ਫਸ ਗਿਆ ਤੇ ਭੱਜ ਕੇ ਵੜ ਗਿਆ ਘੀਰੇ ਵਿੱਚ। ਇਸ ਪ੍ਰਕਾਰ ਸੁਨ ਕਾ ਜਗਨਾਥਾ। ਇਸ ਤਰ੍ਹਾਂ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਬੋਲੇ ਬਚਨ ਸਭਨ ਕੇ ਸਾਥਾ। ਸਾਰਿਆਂ ਦੇ ਨਾਲ ਗੁਰੂ ਸਾਹਿਬ ਜੀ ਫਿਰ ਬਚਨ ਬੋਲੇ ਐ। ਰਹਿਓ ਜੀਵਨਾ ਇਸ ਅੰਮ੍ਰਿਤ ਆਈ। ਮਹਾਰਾਜ ਕਹਿੰਦੇ ਵੀ ਭਾਈ ਇਹ ਮੂਲੇ ਦਾ ਜਿਹੜਾ ਜਿਉਣਾ ਨਾ ਉਹ ਰਹਿ ਗਿਆ, ਇਹਦੀ ਤਾਂ ਹੁਣ ਮੌਤ ਆਈ ਹੈ। ਨਹ ਕਾਸੇ ਹੋਤ ਬਚਾਈ। ਕਿਸੇ ਤਰ੍ਹਾਂ ਵੀ ਇਹਦਾ ਜਿਹੜਾ ਹੁਣ ਬਚਾ ਨਹੀਂ ਹੋ ਸਕਦਾ। ਇਸ ਕੋ ਮਾਰ ਗਾਢ ਬਹੁ ਹੋਈ। ਕਿਉਂਕਿ ਇਸ ਨੂੰ ਜਿਹੜੀ ਮਾਰ ਹੈ ਨਾ ਬੜੀ ਗਾੜੀ ਹੋਈ ਹੈ, ਪੱਕੀ ਮਾਰ ਹੋਈ ਹੈ। ਇਹ ਜਿਹੜੀ ਮਾਰ ਹੈ ਇਹਦੇ ਪਰਮੇਸ਼ਰ ਵੱਲੋਂ ਹੀ ਹੋਈ ਹੈ, ਅਸਾਂ ਕੁਝ ਨਹੀਂ ਕਿਹਾ ਹੈ, ਗੁਰੂ ਜੀ ਨੇ ਕੁਝ ਨਹੀਂ ਕਿਹਾ। ਕਿਉਂਕਿ ਤੁਰਕੀ ਬਾਣੀ ਆਈ ਨਾ ਵੀ ਨਾਲ ਕਿਰਾੜਾ ਦੋਸਤੀ, ਕੂੜੈ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ। ਉਹ ਸ਼ਬਦ ਹੀ ਗੁਰਬਾਣੀ ਵਿੱਚ ਆ ਗਿਆ ਪੱਕਾ ਹੀ। ਅਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹਦੇ ਧੁਰੋਂ ਹੀ ਫਰਮਾਨ ਹੋਇਆ, ਇਹ ਮਾਰ ਗਾੜੀ ਵੱਜੀ ਪਰਮੇਸ਼ਰ ਵੱਲੋਂ ਹੀ, ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਇਹ ਤਾਂ ਉਹ ਗੱਲ ਹੋਈ ਹੈ ਵੀ ਸੰਤ ਕਾ ਲਈਆ ਧਰਤ ਵਿਦਾਰੋਂ, ਸੰਤ ਕਾ ਨਿੰਦਕ ਆਕਾਸ਼ 'ਤੇ ਟਾਰੋਂ। ਵੀ ਸੰਤ ਦਾ ਜਿਹੜਾ ਲਿਆ ਫਟਕਾਰਿਆ ਹੋਇਆ ਉਹ ਤਾਂ ਪਰਮੇਸ਼ਰ ਧਰਤੀ ਦੇ ਵਿੱਚ ਗੱਡ ਦਿੰਦੇ ਉਹਨੂੰ, ਅਤੇ ਸੰਤਾਂ ਦੇ ਨਿੰਦਕਾਂ ਨੂੰ ਪਰਮਾਤਮਾ ਆਕਾਸ਼ 'ਤੇ ਚੁੱਕ ਕੇ ਥਾਂ ਸੁੱਟਦਾ, ਵਡਿਆਈ ਦੇ ਕੇ ਥੱਲੇ ਮਾਰਦਾ, ਭਵਾਨ ਕੇ ਬੈਠਾ ਰਹਿ ਹੁਣ ਇੱਥੇ। ਐਵੇਂ ਇਹਦੇ ਨਾਲ ਉਹ ਗੱਲ ਹੋਈ ਹੈ, ਇਹਨੂੰ ਮਾਰ ਗਾੜੀ ਪਈ ਪਰਮੇਸ਼ਰ ਵੱਲੋਂ ਹੋਈ ਹੈ। ਨਹੀਂ ਉਬਾਰ ਸਕਾ ਅਬ ਕੋਈ। ਕੋਈ ਜਿਹੜਾ ਇਹਨੂੰ ਹੁਣ ਉਹ ਬਚਾ ਨਹੀਂ ਸਕਦਾ, ਜਿੱਥੇ ਮਰਜ਼ੀ ਯਤਨ ਕਰ ਲਵੇ। ਅੰਤ ਸਮਾਂ ਜੋ ਦਰਸ਼ਨ ਪਾਵਾ। ਫੇਰ ਵੀ ਚਲੋ ਤੁਸੀਂ ਇਹਨੂੰ ਲੈ ਆਏ ਜੇ ਵਿਸ਼ਵਾਸ ਹੈਗੇ ਹੈ, ਅਤੇ ਅੰਤ ਸਮੇਂ ਜਿਹੜਾ ਸਾਡਾ ਨੇ ਦਰਸ਼ਨ ਪਾਇਆ ਹੈ, ਮਹਾਰਾਜ ਦਰਸ਼ਨਾਂ ਦੀ ਮਹਿਮਾ ਜਣਾ ਰਹੇ ਹੈ। ਜਾਂ ਕੋ ਫਲ ਇਸ ਹੋਏ ਸੁਹਾਵਾ। ਇਸ ਦਾ ਫਲ ਹੀ ਇਹਨੂੰ ਸਹਾਈ ਹੋਏਗਾ। ਇਹਦਾ ਇਹ ਜਿਹੜਾ ਅੰਤ ਸਮੇਂ ਤੁਸੀਂ ਲੈ ਆਏ ਹੋ, ਇਹਨੇ ਦਰਸ਼ਨ ਪਾ ਲਿਆ ਸਾਡਾ, ਅਤੇ ਇਹਦਾ ਫਲ ਇਹਦੀ ਸਹਾਇਤਾ ਕਰੇਗਾ, ਉਹੀ ਉਹ ਸੋਭਨੀਕ ਫਲ ਇਸ ਨੂੰ ਮਿਲੇਗਾ। ਦਸਵਾਂ ਜਾਮਾ ਪਹਿਰਹ ਜਬ ਹੀ। ਗੁਰੂ ਸਾਹਿਬ ਕਹਿੰਦੇ ਵੀ ਆਗਿਆ ਨਰਾਦਰੀ ਦੇ ਵੱਡੀ ਕੀਤੀ ਹੈ, ਇਸ ਕਰਕੇ ਇਹਨੂੰ ਹੁਣ ਜੀਂਦਾ ਨਹੀਂ ਕਰ ਸਕਦੇ, ਕਿਉਂਕਿ ਮਹਾਰਾਜ ਦੇ ਹੱਥ ਸੀ। ਉਹ ਜਦੋਂ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਭਇਆ ਗੁਰਬਾਸ, ਅਤੇ ਉੱਥੇ ਵੀ ਤਾਂ ਗੁਰੂ ਸਾਹਿਬ ਜੀ ਨੇ ਉਹ ਬੱਚੇ ਨੂੰ ਜੀਵਤ ਕੀਤਾ ਹੀ ਹੈ, ਹਾਥੀ ਜੀਵਤ ਕੀਤਾ ਹੈ। ਉਹ ਜਿਹੜੇ ਭੇਡੂ ਜੇ ਜੀਵਤ ਕੀਤੇ ਕਸ਼ਮੀਰ ਵਿੱਚ। ਇੱਥੇ ਕੀ ਹੈ ਮਹਾਰਾਜ ਨੂੰ, ਇੱਥੇ ਵੀ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਸਤਿਗੁਰ ਮੇਰਾ ਮਾਰ ਜੀਵਾਲੈ। ਸਾਰੇ ਕੰਮ ਗੁਰੂ ਸਾਹਿਬ ਕਰ ਸਕਦੇ ਹੈ, ਪਰ ਅਵੱਗਿਆ ਹੈ ਨਾ
ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਕਿ ਜੇ ਗੁਰੂ ਦੀ ਚਰਨੀ ਆ ਕੇ ਲੱਗ ਜਾਵੇ ਤੇ ਉਹ ਬਚ ਸਕਦਾ, ਬਾਕੀ ਕੋਈ ਨਹੀਂ ਬਚ ਸਕਦਾ। ਐਵੇਂ ਹੁਣ ਇਹਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਆਂਦਾ ਹੈ ਤੇ ਮਹਾਰਾਜ ਦਾ ਦਰਸ਼ਨ ਪਾ ਲਿਆ। ਜੇ ਸਵਾਸ ਹੈਗੇ ਸਾਹ ਆਉਂਦੇ, ਮਹਾਰਾਜ ਕਹਿੰਦੇ ਇਸ ਦਾ ਫਲ ਇਹਨੂੰ ਬੜਾ ਮਹਾਨ ਹੋਏਗਾ। ਜਦੋਂ ਅਸੀਂ 10ਵਾਂ ਜਾਮਾ ਪੈਰਾਂਗੇ, ਭਾਵ 10ਵੇਂ ਸਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਰੂਪ ਵਿੱਚ ਆਵਾਂਗੇ। ਜਨਮ ਮਰਨ ਤੇ ਗਤ ਦਾ ਤਪ ਹੀ, ਜੰਮਣ ਮਰਨ ਤੋਂ ਤਦੋਂ ਇਹਨੂੰ ਜਿਹੜੀ ਹੈ ਮੁਕਤੀ ਦੇ ਦਿਆਂਗੇ, ਕਲਿਆਣ ਦੀ ਕਰ ਦਿਆਂਗੇ, ਜੰਮਣ ਮਰਨ ਨਿਵਰਤ ਕਰ ਦਿਆਂਗੇ। ਤਬ ਲੋ ਜਨਮ ਧਰਹਿ ਗੋਏਹੀ, ਤਦੋਂ ਤੱਕ ਜਿਹੜਾ ਇਹ ਜਨਮ ਧਰੇਗਾ ਇਸੇ ਤਰ੍ਹਾਂ ਹੀ। ਸੂਕਰ ਸਸਾ ਮਿਰਗ ਕੀ ਦੇਹੀ, ਸੂਰਾਂ ਦੀ ਦੇ ਪਾਏਗਾ, ਹਿਰਨਾਂ ਦੀ ਦੇ ਪਾਏਗਾ, ਸਹੇ ਦੀ ਦੇ ਪਾਏਗਾ, ਹੋਰ ਅਨੇਕਾਂ ਜੂਨਾਂ ਭੋਗੇਗਾ 10ਵੇਂ ਸਰੂਪ ਤੱਕ ਆਉਂਦਿਆਂ ਆਉਂਦਿਆਂ। ਅਸ ਕਹਿ ਦੂਸ਼ਣ ਭੇ ਗੁਣ ਖਾਨੀ, ਇਸ ਤਰ੍ਹਾਂ ਕਹਿ ਕੇ ਗੁਣਾਂ ਦੀ ਖਾਣ ਸਤਿਗੁਰੂ ਮੌਜ ਦੇ ਮਾਲਕ ਚੁੱਪ ਹੀ ਰਹਿ, ਚੁੱਪੀ ਕਰ ਗਏ। ਬਹੁਰ ਨ ਕੈਸੇ ਬੋਲੇ ਬਾਣੀ, ਫੇਰ ਗੁਰੂ ਸਾਹਿਬ ਜੀ ਨੇ ਦੂਸਰਾ ਬਚਨ ਨਹੀਂ ਬੋਲਿਆ। ਲੈ ਮੂਲੇ ਕੋ ਸਦਨ ਸਿਧਾਰੇ, ਇਹ ਸਿਆਲਕੋਟ ਦੇ ਸਾਰੇ ਸਮਝਦੇ ਹੀ ਸਨ ਵੀ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਜੋ ਕਹਿ ਦਿੱਤਾ, ਹੁਣ ਕੀ ਕਹਿਣਾ ਹੈ। ਕਿ ਮਹਾਰਾਜ ਜੀ ਨੂੰ ਮੱਥੇ ਟੇਕ ਟੇਕ ਕੇ ਤੇ ਭਾਈ ਮੂਲੇ ਦੇ ਪਲੰਘ ਜੀ ਨੂੰ ਚੁੱਕ ਕੇ ਤੇ ਘਰ ਨੂੰ ਚੱਲ ਪਏ। ਬ੍ਰਿੰਦ ਲੋਕ ਗਮਨੇ ਸੰਗਾਰੇ, ਬਹੁਤ ਲੋਕ ਜਿਹੜੇ ਨਾਲ ਨਾਲ ਚੱਲੇ ਐ। ਜਬ ਘਰ ਬਿਖਾ ਉਤਾਰਾ ਜਾਏ, ਜਦੋਂ ਇਹਨੂੰ ਘਰ ਜਾ ਕੇ ਉਤਾਰਿਆ ਪਲੰਘ ਤੋਂ ਹਜੇ, ਭਇਓ ਮ੍ਰਿਤ ਪੁਨ ਸਵਾਸ ਨਾ ਆਏ, ਉੱਥੇ ਦੀ ਮੌਤ ਹੋ ਗਈ ਹੈ, ਕੋਈ ਸਵਾਸ ਦੂਜਾ ਨਹੀਂ ਆਇਆ ਹੈ। ਮਿਲ ਨਾਰੀ ਬਹੁਰੋਦਨ ਕੀਨਾ, ਨਾਰੀਆਂ ਜਿਹੜੀਆਂ ਲਾਗੋ ਗਵਾਂਢ ਮੱਥੇ ਵਾਲੀਆਂ ਰੋ ਰੋ ਕੇ ਬੜਾ ਉਹਨਾਂ ਨੇ ਬੁਰੀ ਹਾਲਤ ਕੀਤੀ ਹੈ। ਕਾਸ਼ਟ ਮੈਂ ਧਰ ਫੂਕ ਸੋ ਦੀਨਾ, ਲੱਕੜੀਆਂ ਦੀ ਚਿਖਾ ਬਣਾ ਕੇ ਇਹਦੇ ਵਿੱਚ ਰੱਖ ਕੇ ਦੇਹ ਨੂੰ ਸਾੜ ਦਿੱਤਾ ਹੈ, ਅੰਤਮ ਸੰਸਕਾਰ ਕਰ ਦਿੱਤਾ ਹੈ। ਏਕ ਨਿਸਾ ਬਸ ਕਾ ਤਿਹ ਥਾਈ, ਇੱਕ ਰਾਤ ਸਤਿਗੁਰ ਜੀ ਉਸ ਥਾਂ ਸਿਆਲਕੋਟ ਵਾਲੇ ਸ਼ਹਿਰ ਵਿੱਚ ਵਸ ਕੇ ਬਹੁਰ ਕੀਨਾ ਗਮਨ ਗਸਾਈ, ਗੁਸਾਈ ਸੰਸਾਰ ਦੇ ਮਾਲਕ ਸਤਿਗੁਰੂ ਜੀ ਨੇ ਅੱਗੇ ਚੱਲਣਾ ਕੀਤਾ। ਚੱਲ ਗਏ ਬਾਤ ਸੁਣੀ ਪਰ ਲੋਕਨਾ, ਜਦੋਂ ਇਸ ਸਿਆਲਕੋਟ ਦੇ ਲੋਕਾਂ ਨੇ ਗੱਲ ਸੁਣੀ ਵੀ ਮਹਾਰਾਜ ਚਲੇ ਗਏ ਐ, ਦੌਰ ਮਿਲਤ ਪੈ ਸੋਚ ਬਿਮੋਚ, ਦੌਰ ਮਿਲਤ ਭੇ, ਦੌਰ ਮਿਲਤ ਭੇ ਸੋਚ ਬਿਮੋਚਨਾ, ਸੋਚਾਂ ਨੂੰ ਕੱਟਣ ਵਾਲੇ ਸਤਿਗੁਰੂ ਮਹਾਰਾਜ ਜੀ ਨੂੰ ਇਹ ਦੌੜ ਦੌੜ ਕੇ ਜਾ ਕੇ ਮਿਲਣ ਲੱਗੇ। ਚਰਨ ਕਮਲ ਗਿਰ ਗਹਿ ਗੁਰ ਕਹੀਏ, ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਨੂੰ ਪਕੜ ਪਕੜ ਕੇ ਡਿੱਗ ਡਿੱਗ ਕੇ ਗੱਲ ਕਹਿੰਦੇ ਐ। ਹਮਨ ਉਧਾਰਨ ਤੁਮ ਕੋ ਚਾਹੀਏ, ਕਹਿੰਦੇ ਮਹਾਰਾਜ ਅਸੀਂ ਤੁਹਾਡੀ ਸ਼ਰਨ ਆਏ, ਸਾਡਾ ਤੇ ਉਧਾਰ ਤੁਹਾਨੂੰ ਕਰਨਾ ਹੀ ਚਾਹੀਦਾ ਹੈਗਾ ਹੈ ਨਾ। ਧਰਮਸਾਲ ਇਹ ਥਲ ਬਨਵਾਵਹੁ, ਗੁਰੂ ਸਾਹਿਬ ਕਹਿੰਦੇ ਵੀ ਉਧਾਰ ਤੇ ਹੋ ਜਾਏਗਾ, ਧਰਮ ਦੀ ਜਿਹੜੀ ਜਗ੍ਹਾ ਸਤਸੰਗ ਵਾਸਤੇ ਇਸ ਥਾਂ ਬਣਾਓ ਤੁਸੀਂ। ਪੰਚਾਮ੍ਰਿਤ ਕਰ ਨੁੱਤ ਫਲ, ਪੰਚਾਮ੍ਰਿਤ ਕਰ ਨੁਤ ਫਲ ਪਾਵਹੁ, ਕੜਾਹ ਪ੍ਰਸ਼ਾਦ ਦੀ ਦੇ ਕਰਕੇ ਵਾਹਿਗੁਰੂ ਦੀ ਸਿਫਤ ਸਲਾਹਨਾ ਕੀਰਤਨ ਕਰੋ, ਜਿਸ ਕਰਕੇ ਤੁਸੀਂ ਮੁਕਤੀ ਰੂਪ ਫਲ ਪਾਓਗੇ, ਇੱਥੇ ਉੱਥੇ ਸੁਖ ਪਾਓਗੇ, ਪਰਮ ਫਲ ਪਾਓਗੇ। ਪਗ ਪਾਹੁਲ ਦੇ ਕਰ ਵਿਦ ਗਮਨੇ, ਐਵੇਂ ਸਤਿਗੁਰੂ ਜੀ ਸਾਰਿਆਂ ਨੂੰ ਆਪਣੇ ਚਰਨਾਂ ਦੀ ਪਹੁਲ ਦੇ ਕਰਕੇ ਤੇ ਫਿਰ ਵਿਦਾ ਹੋ ਕੇ ਚੱਲ ਪਏ। ਆਪ ਗੁਰਦੁਆਰ ਬਣਾ ਤਿਹ ਭਵਨੇ, ਹੁਣ ਵੀ ਕਹਿੰਦੇ ਉਸ ਭਵਨੇ, ਉਸ ਥਾਂ ਤੇ ਸਿਆਲਕੋਟ ਵਾਲੀ ਥਾਂ ਤੇ ਅੱਜ ਵੀ ਗੁਰਦੁਆਰਾ ਬਣਿਆ ਹੋਇਆ ਹੈ। ਹੁਕਮ ਮਾਨ ਦਰਬਾਰ ਬਣਾਇਓ, ਸੰਗਤ ਸਾਰੀ ਨੇ ਹੁਕਮ ਮੰਨ ਕੇ ਸੋਹਣਾ ਦਰਬਾਰ ਵੀ ਬਣਾਇਆ ਹੈ। ਅਬ ਲਗ ਜ਼ਾਹਰ ਜਗਤ ਸਹਾਇਓ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ
ਹੁਣ ਤੱਕ ਸੰਸਾਰ ਵਿੱਚ ਜਿਹੜਾ ਹੈ ਉਹ ਪ੍ਰਗਟ ਹੈ ਸਥਾਨ ਸੋਭਨੀਕ। ਪੂਜਨ ਕਰ ਫਲ ਪਾਵਤ ਲੋਕੀ। ਲੋਕ ਬੇਅੰਤ ਸੰਗਤਾਂ ਜਾਂਦੀਆਂ ਉਸ ਸਥਾਨ ਦੀ ਪੂਜਾ ਕਰ ਕਰਕੇ ਫਲ ਪਾਉਂਦੀਆਂ। ਅਬ ਲਗ ਪ੍ਰਗਟ ਬੇਰ ਪਤ ਲੋਕੀ। ਜੋ ਤਿੰਨਾਂ ਲੋਕਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਹੈ, ਸਤਿਗੁਰ ਜੀ ਦਾ ਬੇਰ ਸਾਹਿਬ ਗੁਰਦੁਆਰਾ ਸਾਹਿਬ ਸੁਭਾਈਮਾਨ ਹੈ। ਸਿਆਲਕੋਟ ਸ਼ਹਿਰ ਤੋਂ ਥੋੜ੍ਹੀ ਦੂਰ ਦੀ ਵਿੱਚ 'ਤੇ ਬੇਰ ਸਾਹਿਬ ਗੁਰਦੁਆਰਾ ਮੌਜੂਦ ਹੈ। ਉੱਥੇ ਸਤਸੰਗ ਵੀ ਹੁੰਦਾ ਹੈ। ਅਤੇ ਜੋ ਹਮਜ਼ਾ ਗੋਸ਼ ਪੀਰ ਜਿਹਦਾ ਮਹਾਰਾਜ ਜੀ ਨੇ ਮੱਠ ਵਿੱਚ ਤੇੜ ਪਾ ਦਿੱਤੀ ਸੀ ਨੇਤਰਾਂ ਨਾਲ ਦੇਖ ਕੇ, ਜਿਹੜਾ ਸਿਆਲਕੋਟ ਦਾ ਨਾਸ਼ ਕਰਨਾ ਚਾਹੁੰਦਾ ਸੀ ਪੀਰ ਹਮਜ਼ਾ ਗੋਸ਼, ਉਹ ਗੁਰਦੁਆਰੇ ਤੋਂ ਦੱਖਣ ਵਾਲੇ ਪਾਸੇ ਇਹਦਾ ਵੀ ਗੁੰਬਦ ਬਣਿਆ ਹੋਇਆ ਭਾਈ ਮੂਲੇ ਦੇ ਥੋੜ੍ਹੇ ਦੂਰ ਸਥਾਨ 'ਤੇ, ਉਹ ਵੀ ਉੱਥੇ ਸੁਭਾਏਮਾਨ ਹੈ ਅੱਜ ਵੀ। ਸੁਨ ਕੈ ਸੋ ਤਨ ਪ੍ਰਸ਼ਨ ਸੋ ਕੀਨਾ। ਜਦੋਂ ਇਹ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਨੇ ਭਾਈ ਬਾਲਾ ਵਾਲੀ ਜਨਮ ਸਾਖੀ 'ਚੋਂ ਸੁਣਾਇਆ ਅਤੇ ਸੁਣ ਕੇ ਸਰੋਤਿਆਂ ਨੇ ਪ੍ਰਸ਼ਨ ਕੀਤਾ, ਮੂਲਾ ਕਿਸ ਬਿਦ ਬੰਧਨ ਹੀਨਾ। ਭਾਈ ਬਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਅੱਗੇ ਪ੍ਰਸ਼ਨ ਕੀਤਾ ਵੀ ਭਾਈ ਸੰਤੋਖ ਸਿੰਘ ਜੀ, ਭਾਈ ਬਾਲਾ ਜੀ, ਮੂਲਾ ਜੋ ਸੀ ਉਹਦਾ ਕਿਸ ਤਰ੍ਹਾਂ ਫਿਰ ਉਹ ਬੰਧਨਾਂ ਤੋਂ ਨਾਸ ਹੋਇਆ, ਮੁਕਤ ਕਿਵੇਂ ਹੋਇਆ ਸੀ? ਜਿਸ ਪ੍ਰਕਾਰ ਪਾਈ ਗਤ ਤਾਹੀ। ਜਿਸ ਤਰ੍ਹਾਂ ਨਾਲ ਵੀ ਭਾਈ ਮੂਲੇ ਨੇ ਮੁਕਤੀ ਪਾਈ ਹੈ। ਸਭ ਪ੍ਰਸੰਗ ਕਹੋ ਹਮ ਪਾਹੀ। ਉਹ ਸਾਰਾ ਪ੍ਰਸੰਗ ਹੀ ਸਾਡੇ ਪਾਸ ਵਿਸਥਾਰ ਨਾਲ ਕਹੋ ਜੀ, ਆਪ ਦੱਸੋ। ਕਵ ਭਾਖਿਓ ਸੁਣੀਐ ਮਤਵੰਤੇ। ਕਵੀ ਇੱਥੇ ਸਪਸ਼ਟ ਹੁੰਦਾ ਵੀ ਕਵੀ ਜੀ ਨੂੰ ਜਿਹੜਾ ਹੈ ਉਹ ਕਿਹਾ ਹੋਇਆ ਸਰੋਤਿਆਂ ਨੇ, ਅਤੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਿਹਾ ਆਖਿਆ ਵੀ ਕਥਾ ਸੁਣਨ ਵਾਲੇ ਸਰੋਤਿਓ, ਬੁੱਧੀਵਾਨੋ, ਮਤ ਵਾਲਿਓ, ਸੁਣੋ ਧਿਆਨ ਨਾਲ। ਮੂਲੇ ਕੋ ਆਗਲ ਬਿਰਤੰਤੇ। ਭਾਈ ਮੂਲੇ ਦਾ ਅਗਲਾ ਪ੍ਰਸੰਗ, ਜਿਵੇਂ ਭਾਈ ਮੂਲੇ ਦਾ ਉਧਾਰ ਹੋਇਆ ਫਿਰ 10ਵੇਂ ਜਾਮੇ ਵਿੱਚ। ਦੋਹਰਾ ਪਾਤਸ਼ਾਹੇ ਦਸਵਾਂ ਗੁਰੂ। ਜੋ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ, ਸਿੱਖਨ ਕੋ ਸੁਖ ਦਾਏ। ਜੋ ਆਪਣੇ ਸਿੱਖਾਂ ਨੂੰ ਬਹੁਤ ਹੀ ਲੋਕ ਪਰਲੋਕ ਦੇ ਸੁੱਖ ਬਖਸ਼ਣ ਵਾਲੇ ਹੈ। ਸਭ ਸਿੱਖਨ ਕੋ ਸੁਖ ਦੇ ਚਹਿਤੈ ਭਏ ਸਹਾਏ। ਜੋ ਆਪਣੇ ਸਿੱਖਾਂ ਨੂੰ ਪਰਮ ਸੁਖ ਦੇਣ ਵਾਲੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਦੇਗ ਤੇਗ ਕੇ ਵੱਡ ਧਨੀ। ਜੋ ਸੱਚੇ ਪਾਤਸ਼ਾਹ ਜੀ ਦੇਗ ਦੇ ਬੜੇ ਵੱਡੇ ਧਨੀ ਹੈ ਅਤੇ ਤੇਗ ਦੇ ਵੀ ਬੜੇ ਵੱਡੇ ਧਨੀ ਹੈ। ਦੇਗ ਕਹੀਏ ਵੀ ਲੰਗਰ ਦੇ ਬੜੇ ਵੱਡੇ ਧਨੀ ਸਤਿਗੁਰੂ ਜੀ। ਇਹ ਸਤਿਗੁਰੂ ਜੀ ਦਾ ਕੈਸਾ ਲੰਗਰ ਮਹਾਨ ਹੈ। ਆਪਣੇ ਸਮੇਂ ਵਿੱਚ ਗੁਰੂ ਸਾਹਿਬ ਜੀ ਜਿਹਨੇ ਲੰਗਰ ਕੀਤੇ, ਕਿਸੇ ਨੇ ਨਹੀਂ ਕੀਤਾ ਐਸਾ। ਇਹ ਤਾਂ ਵੈਸੇ ਪ੍ਰਤੱਖ ਹੋ ਜਾਂਦਾ ਹੋਲੇ ਮਹੱਲੇ 'ਤੇ। ਸ੍ਰੀ ਅਨੰਦਪੁਰ ਸਾਹਿਬ ਲੰਗਰ ਵੇਖੋ, ਰਸਤਿਆਂ 'ਚ ਵੇਖੋ, 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਉਹ ਸੰਬੰਧ ਵਿੱਚ ਹੈ ਨਾ, ਗੁਰੂ ਦੇ ਹੋਲੇ ਮਹੱਲੇ ਮਨਾਉਣ ਦੇ ਸੰਬੰਧ ਵਿੱਚ ਹੀ ਨੇ ਲੰਗਰ ਹੈ। ਗੁਰੂ ਕੇ ਲਾਹੌਰ ਜਦੋਂ ਗੁਰੂ ਸਾਹਿਬ ਜੀ ਦੀ ਸ਼ਾਦੀ ਦਾ ਸਮਾਂ ਆਉਂਦਾ ਹੈ, ਉਦੋਂ ਕਿੰਨੇ ਲੰਗਰ ਹੁੰਦੇ। ਐਵੇਂ ਮਹਾਰਾਜ ਦੇਗ ਦੇ ਵੀ ਬੜੇ ਵੱਡੇ ਧਨੀ ਹੈ, ਸ਼ਾਹੂਕਾਰ। ਗੁਰੂ ਸਾਹਿਬ ਜੀ ਵਰਗਾ ਕੋਈ ਲੰਗਰ ਲਾਉਣ ਵਾਲਾ ਧਨੀ ਨਹੀਂ ਹੈਗਾ। ਅਤੇ ਤੇਗ ਦੇ ਵੀ ਮਹਾਰਾਜ ਬੜੇ ਵੱਡੇ ਧਨੀ ਹੈ। ਤੇਗ ਚਲਾਉਣ, ਤਲਵਾਰ ਚਲਾਉਣ ਵਿੱਚ ਬਹੁਤ ਤੇਗ ਚਲਾਈ ਗੁਰੂ ਸਾਹਿਬ ਜੀ ਨੇ। ਭਾਵੇਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਰੂਪ ਵਿੱਚ ਸਤਿਗੁਰੂ ਜੀ ਨੇ 6ਵੇਂ ਜਾਮੇ ਵਿੱਚ 4 ਜੰਗਾਂ ਕੀਤੀਆਂ, ਉਦੋਂ ਵੀ ਤੇਗ ਚਲਾਈ ਹੈ। ਪਰ 10ਵੇਂ ਜਾਮੇ ਵਿੱਚ ਤੇ 14 ਜੰਗਾਂ ਕੀਤੀਆਂ ਅਤੇ ਪੱਕੀ ਤੇਗ ਹੀ ਧਾਰਨ ਕਰਵਾ ਦਿੱਤੀ ਹੈ ਸਾਨੂੰ ਵੀ, ਸਿੱਖਾਂ ਨੂੰ ਵੀ। ਅਤੇ ਤੇਗ ਦੇ ਮਹਾਰਾਜ ਧਨੀ। ਉਹ ਗੁਰੂ ਸਾਹਿਬ ਜੀ ਦੀ ਆਪਾਂ ਜਦੋਂ ਸ਼ਾਮ ਵੇਲੇ ਰਹਿਰਾਸ ਸਾਹਿਬ ਪੜ੍ਹਦੇ ਹਾਂ ਅਤੇ ਉਹ ਬਚਨ ਆਉਂਦੇ ਆ, ਗੁਰੂ ਸਾਹਿਬ ਜੀ ਨੇ ਵਾਰੀ ਮੰਗੇ ਸਨ ਗੁਰੂ ਨਾਨਕ ਸਾਹਿਬ ਜੀ ਤੋਂ, ਪਰਮੇਸ਼ਰ ਰੂਪ ਤੋਂ, ਵੀ ਮਹਾਰਾਜ ਦੇਗ ਤੇਗ ਜਗ ਮੈਂ ਦੋ ਚੱਲੈ, ਰਾਖ ਆਪ ਮੋਹਿ ਔਰ ਨਾ ਦਲੈ। ਇਹ ਪਰਮੇਸ਼ਰ ਦੇਗ ਅਤੇ ਤੇਗ ਸੰਸਾਰ ਵਿੱਚ ਦੋਵੇਂ ਚੱਲਣ, ਅਤੇ ਰਾਖ ਆਪ ਮੋਹਿ ਔਰ ਨਾ ਦਲੈ। ਵੀ ਹੁਣ ਤੇਗ ਚਲਾਉਂਦਿਆਂ, ਤਲਵਾਰ ਚਲਾਉਂਦਿਆਂ 2 ਸੂਰਮਿਆਂ ਵਿੱਚ ਭੇਟ ਹੋਵੇ ਤਾਂ ਉਹ ਫੱਟ ਲੱਗ ਹੀ ਜਾਂਦਾ, ਸੱਟ ਜ਼ਖਮ ਹੋ ਹੀ ਜਾਂਦਾ, ਤਲਵਾਰ ਵੱਜ ਹੀ ਜਾਂਦੀ। ਮਹਾਰਾਜ ਕਹਿੰਦੇ ਰਾਖ ਆਪ ਮੋਹਿ ਔਰ ਨਾ ਦਲੈ।
ਹੋਰ ਨਾ ਕੋਈ ਸਾਨੂੰ ਦੱਸ ਸਕੇ, ਕੋਈ ਵੀ ਸਾਨੂੰ ਜਿਹੜਾ ਉਹ ਵਾਰ ਨਾ ਕਰ ਸਕੇ। ਇਹ 3 ਵਾਰ ਮਹਾਰਾਜ ਜੀ ਨੇ ਮੰਗੇ ਸਨ ਅਤੇ ਉਹ ਗੁਰਬਾਣੀ ਵਿੱਚ ਹੀ ਸਪਸ਼ਟ ਹੁੰਦਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ, ਦੇਗ ਤੇ ਕੇ ਵੱਡ ਧਨੀ। ਜਿਸ ਕਰਕੇ ਕਵੀ ਸਾਹਿਬ ਜੀ ਕਹਿੰਦੇ ਜੋ ਦਸਮ ਪਿਤਾ ਜੀ ਦੇਗ ਲੰਗਰ ਦੇ ਬੜੇ ਵੱਡੇ ਧਨੀ ਸਨ ਅਤੇ ਤੇਗ ਦੇ ਤਲਵਾਰ ਦੇ ਬੜੇ ਵੱਡੇ ਧਨੀ ਸਨ। ਤਾਂ ਹੀ ਮਾਰੇ ਥਾਂ ਥਾਂ ਸ੍ਰੀ ਭਗਉਤੀ ਜੀ ਸਹਾਇ, ਸ੍ਰੀ ਭਗਉਤੀ ਜੀ ਸਹਾਇ ਕਿਹਾ ਹੈ। ਮਹਿਮਾ ਕਹੀ ਨਾ ਜਾਏ। ਐਸੇ ਸਤਿਗੁਰੂ ਦਸਮ ਪਿਤਾ ਜੀ ਦੀ ਜਿਹੜੀ ਮਹਿਮਾ ਉਹ ਕਹੀ ਨਹੀਂ ਜਾ ਸਕਦੀ। ਐਸੇ ਮਹਾਨ ਹੈ ਮਹਾਰਾਜ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰ ਕੀ ਮਹਿਮਾ ਕਹੀ ਨਾ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਚੌਪਈ ਸ੍ਰੀ ਗੋਬਿੰਦ ਸਿੰਘ ਰੁਚਿਰ ਵਿਸਾਲਾ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਹੀ ਸਰੂਪ ਦੇ ਸੁੰਦਰ ਸਨ। ਜਬ ਹੀ ਬੈਠੇ ਤਖਤ ਕਿਰਪਾਲਾ। ਜਦੋਂ ਮਹਾਰਾਜ ਗੁਰਿਆਈ ਦੇ ਤਖਤ ਉੱਪਰ 10ਵੇਂ ਸਰੂਪ ਵਿੱਚ ਆਣ ਕੇ ਸ੍ਰੀ ਅਨੰਦਪੁਰ ਸਾਹਿਬ ਸੋਹਣੇ ਸਿੰਘਾਸਨਾਂ 'ਤੇ ਬੈਠੇ ਹੈ। ਸੰਗਤ ਕੋ ਉਧਾਰ ਬਹੁ ਕਰਹੀ। ਉੱਥੇ ਅਨੰਦਪੁਰ ਸਾਹਿਬ ਬੈਠਿਆਂ ਤਖਤਾਂ ਉੱਪਰ ਬਿਰਾਜਮਾਨ ਹੋਇਆਂ ਬਹੁਤ ਸੰਗਤਾਂ ਦਾ ਮਹਾਰਾਜ ਉਪਦੇਸ਼ ਦੇ ਕੇ ਉਧਾਰ ਕਰ ਰਹੇ ਸਨ। ਪ੍ਰਬਲ ਤੇਜ ਦੁਸ਼ਟਨ ਕੋ ਹਰਹੀ। ਜਿਨ੍ਹਾਂ ਸਤਿਗੁਰਾਂ ਦਾ ਬਹੁਤ ਮਹਾਨ ਤੇਜ ਪ੍ਰਤਾਪ ਸੀ, ਬਹੁਤੇ ਬਲ ਵਾਲਾ, ਅਤੇ ਦੁਸ਼ਟਾਂ ਨੂੰ ਜੋ ਨਾਸ਼ ਕਰਦੇ ਸਨ। ਅਤੇ ਪ੍ਰਬਲ ਤੇਜ ਕਿ ਜੋ ਬਹੁਤ ਬਲ ਵਾਲੇ ਹੰਕਾਰੀ ਤੇਜ ਪ੍ਰਤਾਪ ਵਾਲੇ ਸਨ ਦੁਸ਼ਟ, ਉਹਨਾਂ ਦਾ ਦੁਸ਼ਟਾਂ ਨੂੰ ਨਾਸ਼ ਕੀਤਾ। ਤੇਜ ਪ੍ਰਤਾਪ ਨੂੰ ਗੁਰੂ ਜੀ ਨੇ ਤੇਗ ਨਾਲ ਐਸੀ ਤੇਗ ਵਾਹੀ। ਅੱਜ ਉਹ ਭੀਮ ਚੰਦ ਦੇ ਸਾਲੇ ਵਰਗੇ ਜਿਹੜੇ ਕੇਸਰੀ ਚੰਦ ਹੋਣੀ, ਜੋ ਬੜਾ ਹੰਕਾਰ ਵਿੱਚ ਆਕੜ ਕੇ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਲਾ ਕੇ ਲਿਆਵਾਂਗਾ, ਮੈਂ ਉਹਨਾਂ ਨੂੰ ਜਿਉਂਦੇ ਫੜ ਕੇ ਲਿਆਵਾਂਗਾ, ਨਹੀਂ ਤਾਂ ਸ਼ਹੀਦ ਕਰ ਦਿਆਂਗਾ, ਫਿਰ ਮੈਂ ਆਪਣਾ ਮੂੰਹ ਦਿਖਾਵਾਂਗਾ। ਗੁਰੂ ਸਾਹਿਬ ਜੀ ਨੂੰ ਜਦੋਂ ਪਤਾ ਲੱਗਾ, ਮਹਾਰਾਜ ਕਹਿੰਦੇ ਸੰਗਤ ਵਿੱਚ ਵੀ ਅਸੀਂ ਤਾਂ ਕੀ ਜਾਣਾ, ਸਾਡੇ ਸਿੱਖ ਹੀ ਐਸੇ। ਅਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਭਾਈ ਕੋਈ ਹੈ ਐਸਾ ਖਾਲਸਾ ਸੂਰਮਾ ਜਿਹੜਾ ਉਹ ਵੈਰੀ ਦਾ ਸਿਰ ਲਾ ਕੇ ਲਿਆਵੇ, ਜਿਹੜਾ ਗੁਰੂ ਘਰ ਨਾਲ ਮੱਥਾ ਲਾਉਂਦਾ। ਉਸ ਵੇਲੇ ਭਾਈ ਮਣੀ ਸਿੰਘ ਜੀ ਦੇ ਯੋਧੇ ਸੂਰਮੇ ਸੁਪੁੱਤਰ ਭਾਈ ਉਦੇ ਸਿੰਘ ਜੀ ਹੁਣੀ ਉੱਠੇ ਸਨ। ਇੱਕ ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ। ਅਤੇ ਭਾਈ ਉਦੇ ਸਿੰਘ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਮੈਨੂੰ ਥਾਪੜਾ ਦਿਓ, ਵੈਰੀ ਨੂੰ ਮੈਂ ਚਾਟਾ ਛਕਾਉਣਾ, ਆਪ ਜੀ ਕਿਰਪਾ ਕਰੋ। ਗੁਰੂ ਸਾਹਿਬ ਜੀ ਨੇ ਇੱਕ ਬਰਛਾ ਦੇ ਭਾਈ ਬਚਿੱਤਰ ਸਿੰਘ ਨੂੰ ਦਿੱਤਾ ਸੀ ਅਤੇ ਇੱਕ ਬਰਛਾ ਭਾਈ ਉਦੇ ਸਿੰਘ ਨੂੰ ਦਿੱਤਾ ਸੀ। 2 ਬਰਛੇ ਸਨ ਮਹਾਰਾਜ ਜੀ ਕੋਲ। ਫਿਰ ਉਹ ਬਰਛਾ ਲੈ ਕੇ ਭਾਈ ਉਦੇ ਸਿੰਘ ਚਲਾ ਗਿਆ ਜੰਗ ਵਿੱਚ, ਕੇਸਰੀ ਚੰਦ ਨੂੰ ਲਲਕਾਰਿਆ। ਕਹਿੰਦੇ ਓਏ ਆ ਇੱਧਰ, ਤੂੰ ਤਾਂ ਕਹਿੰਦਾ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਫੜ ਕੇ ਲਿਆਵਾਂਗਾ ਜਾਂ ਸੀਸ ਉਤਾਰ ਕੇ ਲਿਆਵਾਂਗਾ, ਗੁਰੂ ਸਾਹਿਬ ਜੀ ਨੂੰ ਤੂੰ ਕੀ ਕਹਿਣਾ, ਇੱਧਰ ਤੇਰਾ ਪਿਓ ਮੈਂ ਆ ਗਿਆ, ਇੱਧਰ ਤੂੰ ਮੇਰੇ ਨਾਲ ਗੱਲ ਕਰ। ਐਵੇਂ ਗੱਜੇ ਫਿਰ ਉੱਥੇ ਸ਼ੇਰਾਂ ਵਾਂਗ ਭਾਈ ਉਦੇ ਸਿੰਘ ਜੀ। ਜੰਗ ਆਪੋ ਵਿੱਚ ਜਦੋਂ ਹੋਈ, ਇੱਧਰ ਉੱਧਰ ਤਲਵਾਰਾਂ ਧੂਈਆਂ ਖਿੱਚੀਆਂ ਚੱਲੀਆਂ। ਚੱਲਦਿਆਂ ਐਸੀ ਤਲਵਾਰ ਵਾਹੀ, ਐਸੀ ਤੇਗ ਛੰਡੀ ਭਾਈ ਉਦੇ ਸਿੰਘ ਨੇ, ਜਿਵੇਂ ਆਪਾਂ ਗਾਜਰਾਂ ਮੂਲੀਆਂ ਕੱਦੂ ਕੱਟਦੇ ਆ ਨਾ, ਇੱਦਾਂ ਮਾਰ ਕੇ ਦੀ ਧੌਣ ਜੀ ਲਾ ਕੇ ਉਹ ਮਾਰੀ। ਉਹ ਜਿਹੜਾ ਬਰਛਾ ਸਤਿਗੁਰ ਜੀ ਨੇ ਬਖਸ਼ਿਸ਼ ਦਿੱਤੀ ਸੀ, ਉਹ ਬਰਛੇ ਉੱਪਰ ਇਹਦਾ ਸਿਰ ਕੇਸਰੀ ਚੰਦ ਦਾ ਟੰਗ ਕੇ ਅਤੇ ਭਾਈ ਉਦੇ ਸਿੰਘ ਸ੍ਰੀ ਅਨੰਦਪੁਰ ਸਾਹਿਬ ਮਾਰੇ ਚਰਨਾਂ 'ਚ ਆ ਗਏ। ਕਹਿੰਦੇ ਮਹਾਰਾਜ ਆਹ ਲਓ ਵੈਰੀ ਦਾ ਸਿਰ। ਅਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਜਦੋਂ ਇਹਦਾ ਸਿਰ ਲਿਆਂਦਾ, ਜੋੜੇ ਸਮੇਤ ਹੀ ਮਾਰਨ, ਜੋੜਾ ਵੀ ਨਹੀਂ ਲਾਇਆ, ਮਾਰੇ ਚਰਨ ਨਾਲ ਮਾਰਿਆ, ਠੁੱਡ ਜਾਓ ਕੀਤਾ। ਕਹਿੰਦੇ ਦੁਸ਼ਟ ਗੁਰੂ ਘਰ ਦੇ ਨਾਲ ਮੱਥਾ ਲਾਉਂਦਾ, ਗੁਰੂ ਘਰ ਨੂੰ ਐਵੇਂ ਕਹਿੰਦਾ ਸੀ ਵੀ ਐਵੇਂ ਕਰ ਦੂੰਗਾ, ਮੈਂ ਐਵੇਂ ਕਰ ਦੂੰਗਾ, ਇਹਨੂੰ ਸੁੱਟੋ ਪਰਾਂ, ਇਹਨੂੰ ਇੱਥੋਂ ਕੱਢ ਦਿਓ ਬਾਹਰ, ਦਾ ਸਿਰ ਜਾਵੇ ਇੱਥੋਂ। ਇਵੇਂ ਗੁਰੂ ਸਾਹਿਬ ਜੀ ਨੇ ਜਿਹੜੇ ਪ੍ਰਬਲ ਬੜੇ ਤੇਜ ਬਲ ਵਾਲੇ, ਤੇਜ ਪ੍ਰਤਾਪ ਵਾਲੇ ਹੰਕਾਰੀ ਕੇਸਰੀ ਚੰਦ ਵਰਗੇ, ਭੀਮ ਚੰਦ ਵਰਗੇ, ਹੋਰ ਜਿਹੜੇ ਇਹਨਾਂ ਦੇ ਹਾਥੀ ਆਉਂਦੇ ਸਨ ਸ਼ਰਾਬਾਂ ਪੀ ਪੀ ਕੇ, ਵੱਡੇ ਵੱਡੇ ਦੁਸ਼ਟਾਂ ਨੂੰ ਨਾਸ਼ ਕੀਤਾ ਤੇਗ ਦੇ ਬਲ ਨਾਲ। ਇੱਕ ਵੈਸ਼ਨੋ ਸੁਣੀ ਪ੍ਰਸ਼ੰਸਾ। ਇੱਕ ਵੈਸ਼ਨੋ
ਉਸਨੇ ਸਤਿਗੁਰ ਜੀ ਦੀ ਪ੍ਰਸ਼ੰਸਾ ਸੁਣੀ। ਗੁਰੂ ਵੱਡੋ ਸੋਡਨ ਅਵਤੰਸਾ। ਇਹ ਪ੍ਰਸੰਗ ਦੇ ਬਹੁਤ ਵੱਡਾ ਹੈ ਸਤਿਗੁਰ ਜੀ ਦੇ ਇਤਿਹਾਸ ਦਾ। ਇੱਥੇ ਕਵੀ ਜੀ ਉਸ ਪ੍ਰਸੰਗ ਨੂੰ ਜੋੜਨ ਵਾਸਤੇ ਤੇ ਸੰਖੇਪ ਵਿੱਚ ਦੱਸ ਰਹੇ ਆ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਾਂ ਯੁੱਧਾਂ ਨੂੰ ਕਰਕੇ ਸ੍ਰੀ ਚਮਕੌਰ ਸਾਹਿਬ ਤਾੜੀਆਂ ਮਾਰਦੇ ਹੋਏ ਇਸੇ ਤਰ੍ਹਾਂ ਮਾਛੀਵਾੜੇ ਉੱਚ ਦੇ ਪੀਰ ਬਣ ਕੇ ਮੁਕਤਸਰ ਵੱਲ ਚਲੇ ਗਏ। ਮੁਕਤਸਰ ਤੋਂ ਜੰਗ ਕਰਕੇ ਸ੍ਰੀ ਦਮਦਮਾ ਸਾਹਿਬ ਤੋਂ ਨੰਦੇੜ ਵਿਖੇ ਚਲੇ ਗਏ ਅਤੇ ਉੱਥੇ ਮਹਾਰਾਜ ਨੇ ਨਗੀਨਾ ਘਾਟ ਵਾਲੇ ਸਥਾਨ ਤੋਂ ਤੀਰ ਮਾਰ ਕੇ ਜਿੱਥੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਸੁਭਾਏਮਾਨ ਉਹ ਥਾਂ ਪ੍ਰਗਟ ਕੀਤਾ, ਆਪਣਾ ਤਪ ਸਥਾਨ ਸਤਿਯੁਗੀ, ਉੱਥੇ ਮਹਾਰਾਜ ਨੇ ਤੰਬੂ ਲਾਏ ਹੋਏ ਸਨ ਅਤੇ ਮਹਾਰਾਜ ਦੀ ਬੜੀ ਵਡਿਆਈ ਉੱਥੇ ਵੀ ਹੋ ਰਹੀ ਸੀ। ਇੱਕ ਵੈਸ਼ਨੋ ਸੀ, ਵੈਸ਼ਨੋ ਮਤ ਦਾ ਸਾਧੂ ਜਿਹੜਾ ਬੜਾ ਕਰਮਕਾਂਡੀ ਸੀ। ਜਦੋਂ ਉਹਨੇ ਸਤਿਗੁਰੂ ਜੀ ਦੀ ਮਹਿਮਾ ਪ੍ਰਸ਼ੰਸਾ ਉਸਤੁਤੀ ਸੁਣੀ ਹੈ। ਗੁਰੂ ਵੱਡੋ ਸੋਡਨ ਅਵਤੰਸਾ। ਇਹ ਸੋਢੀਆਂ ਦੀ ਕੁੱਲ ਦੇ ਭੂਸ਼ਣ ਗਹਿਣਾ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਇਸ ਵਕਤ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ, ਬੜੇ ਵੱਡੇ ਗੁਰੂ। ਸ੍ਰੀ ਨਾਨਕ ਸਥਾਨ ਸੋਭੈਸਾ। ਤੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ 'ਤੇ ਤਖਤਾਂ ਉੱਪਰ ਬੈਠੇ ਹੋਏ ਵਿਰਾਜਮਾਨ ਹਨ। ਕਰਤ ਉਧਾਰ ਦੇਤ ਉਪਦੇਸਾ। ਉਹ ਜਿਸ ਨੂੰ ਉਪਦੇਸ਼ ਦਿੰਦੇ ਹੈ ਉਧਾਰ ਕਰ ਦਿੰਦੇ, ਐਸਾ ਉਪਦੇਸ਼ ਦਿੰਦੇ ਗਿਆਨ ਦਾ, ਨਾਲ ਹੀ ਉਹਦਾ ਉਧਾਰ ਕਰ ਦਿੰਦੇ, ਮੁਕਤ ਕਰ ਦਿੰਦੇ ਹੈ। ਬਹੁ ਵਿਵੇਕ ਨਿਧ ਸੰਤ ਸਰੂਪਾ। ਇਹ ਬਹੁਤ ਗਿਆਨ ਧਿਆਨ ਦੇ ਖਜ਼ਾਨੇ ਹੈ ਅਤੇ ਸੰਤ ਸਰੂਪ ਸ਼ਾਂਤ ਸਰੂਪ ਹਨ। ਆਸ ਜਬ ਮਹਿਮਾ ਸੁਣੀ ਅਨੂਪਾ। ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਦੀ ਉਪਮਾ ਤੋਂ ਰਹਿਤ ਮਹਾਨ ਸੁੰਦਰੀ ਮਹਿਮਾ ਸੁਣੀ ਇਸ ਵੈਸ਼ਨੋ ਸਾਧੂ ਨੇ। ਦਰਸ ਹੇਤ ਚੱਲ ਕਰ ਸੋ ਆਵਾ। ਦਰਸ਼ਨ ਕਰਨ ਵਾਸਤੇ ਚੱਲ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਲੇ ਤਖਤ ਵਾਲੇ ਸਥਾਨ 'ਤੇ ਆ ਗਿਆ। ਅਵਲੋਕਨ ਆਚਾਰ ਲਲਚਾਵਾ। ਗੁਰੂ ਸਾਹਿਬ ਜੀ ਦਾ ਜਿਹੜਾ ਆਚਾਰ ਕਰਤੱਵ ਵੀ ਗੁਰੂ ਸਾਹਿਬ ਜੀ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਕੈਸੀ ਹੈ, ਇਸ ਤਰ੍ਹਾਂ ਦੇਖਣ ਲਈ ਦਾ ਮਨ ਜਾ ਲਲਚਾਇਆ, ਇੱਛਾ ਕੀਤੀ ਚਾਹਨਾ ਕੀਤੀ ਇਹਨੇ। ਗਏ ਅਖੇਰ ਗੁਰੂ ਤਿਹ ਕਾਲਾ। ਉਸ ਸਮੇਂ ਸਤਿਗੁਰੂ ਜੀ ਜੀਵਾਂ ਦੇ ਉਧਾਰ ਕਰਨ ਵਾਸਤੇ ਸ਼ਿਕਾਰ ਦਾ ਬਹਾਨਾ ਜਿਹਾ ਬਣਾ ਕੇ ਸ਼ਿਕਾਰ ਖੇਡਣ ਵਾਸਤੇ ਗਏ ਸਨ। ਸ਼ਸਤਰ ਸਜਾਏ ਸੋ ਬਹੁ ਵਿਸਾਲਾ। ਜਿਨ੍ਹਾਂ ਸਤਿਗੁਰਾਂ ਦੀਆਂ ਬਾਹਾਂ ਬਹੁਤ ਲੰਬੀਆਂ, ਆ ਜਾਨ ਬਾਹੋ ਹੈ, ਸ਼ਸਤਰ ਬਸਤਰ ਸਜਾਏ ਹੋਏ ਸੋਹਣੇ ਸਰੀਰ ਉੱਪਰ ਤੇ ਘੋੜੇ ਦੇ ਉੱਪਰ ਚੜ੍ਹ ਕੇ ਬੂਝੈ ਮਨ ਜ ਵੈਸ਼ਨੋ ਜਾਈ। ਮਹਾਰਾਜ ਗਏ ਹੋਏ ਸਨ। ਇਹ ਵੈਸ਼ਨੋ ਸਾਧੂ ਨੇ ਜਾ ਕੇ ਉੱਥੇ ਜਿਹੜੇ ਸਿੱਖ ਸਨ ਉਹਨਾਂ ਨੂੰ ਪੁੱਛਿਆ, ਸ੍ਰੀ ਵਿਵੇਕ ਨਿਧ ਹੈ ਕਹਿ ਥਾਈ। ਵੀ ਜੋ ਸ਼੍ਰੋਮਣੀ ਗੁਰੂ ਗੋਬਿੰਦ ਸਿੰਘ ਜੀ ਗਿਆਨ ਧਿਆਨ ਦੇ ਖਜ਼ਾਨੇ ਵੀ ਇਸ ਵਕਤ ਕਿਸ ਥਾਂ ਹਨ? ਦਰਸ਼ਨ ਕਰਨ ਮੋਰ ਅਬਲਾਖਾ। ਦੋਨਾਂ ਦਾ ਦਰਸ਼ਨ ਕਰਨ ਵਾਸਤੇ ਮੇਰੀ ਬੜੀ ਚਾਹਨਾ ਇੱਛਾ ਹੈ। ਸੁਨ ਕਾ ਇੱਕ ਸਿੱਖ ਤਿਹ ਸੋ ਭਾਖਾ। ਵੈਸ਼ਨੋ ਸਾਧੂ ਤੋਂ ਸੁਣ ਕੇ ਉਸ ਵੇਲੇ ਇੱਕ ਸਿੱਖ ਨੇ ਕਿਹਾ, ਸ੍ਰੀ ਗੁਰ ਅਬ ਹੀ ਤੋਹੇ ਅਗਾਰੀ। ਸ੍ਰੀ ਗੁਰ ਅਬ ਹੀ ਤੋਹੇ ਅਗਾਰੀ। ਸ੍ਰੀ ਗੁਰ ਅਬ ਹੀ ਤੋਹੇ ਅਗਾਰੀ। ਕਹਿਣ ਲੱਗੇ ਵੈਸ਼ਨੋ ਸਾਧੂ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇਰੇ ਅੱਗੇ ਅੱਗੇ, ਭਾਵ ਤੇਰੇ ਆਉਣ ਤੋਂ ਪਹਿਲਾਂ ਹੀ ਗਏ ਸ਼ਿਕਾਰ ਉਜਾੜ ਮਝਾਰੀ। ਸੰਘਣੀ ਉਜਾੜ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਗਏ ਐ। ਇਉ ਸੁਨ ਤੁਰਕਤ ਭਾਵ। ਵੇਖ ਕੇ ਪੜ੍ਹ ਕੀ ਲਿਖਿਆ। ਇਉ ਸੁਨ ਤਰਕਤ ਭਾਵ ਮਨ ਮਾਹੀ। ਇਉਂ ਸੁਣ ਕੇ ਮਨ ਵਿੱਚ ਬੜੀਆਂ ਤਰਕਾਂ ਕਰਨ ਲੱਗਾ ਇਹ ਸਾਧੂ। ਕਰਨ ਉਧਾਰ ਉਚਿਤ ਇਹ ਨਾਹੀ। ਉਹ ਮਨਾ ਜਿਹੜੇ ਸ਼ਿਕਾਰ ਖੇਡਦੇ ਫਿਰਦੇ ਜੀਵਾਂ ਨੂੰ ਮਾਰਦੇ ਫਿਰਦੇ ਐ, ਕਿੱਥੇ ਉਧਾਰ ਕਰਨਗੇ? ਇਹ ਤੇ ਵੀ ਉਧਾਰ ਕਰਨ ਦੇ ਯੋਗ ਨਹੀਂ ਹਨ। ਦਇਆਹੀਨ ਜੋ ਜੀਵਨ ਮਾਰਾ। ਜੋ ਦਇਆ ਤੋਂ ਹੀਣ ਹੈ ਵੀ ਜੀਵਾਂ ਨੂੰ ਮਾਰਦੇ ਫਿਰਦੇ ਐ,
ਉਹ ਵੀ ਕੀ ਉਧਾਰ ਕਰਨਗੇ। ਸੋ ਕੈਸੇ ਕਾ ਜਗਤ ਉਧਾਰੈ। ਉਹ ਕਿਸ ਤਰ੍ਹਾਂ ਜਗਤ ਦੇ ਜੀਵਾਂ ਦਾ ਉਧਾਰ ਕਰ ਸਕਦੇ ਐ ਜਿਹੜੇ ਜੀਵਾਂ ਨੂੰ ਆਪ ਹੀ ਕੋਹ ਕੇ ਮਾਰਦੇ ਤੇ ਦਇਆ ਤੋਂ ਹੀਣੇ ਹਨ। ਸਤਿਅਤ ਮੈਂ ਆਇਓ ਅਬ ਜਲ ਕੈ। ਫਿਰ ਇਹ ਕਹਿੰਦਾ ਵੀ ਚਲੋ ਫੇਰ ਵੀ ਮੈਂ ਵੀ ਚੱਲ ਕੇ ਆਇਆ ਦਰਸ਼ਨਾਂ ਨੂੰ। ਜਾਓ ਸਦਨ ਇੱਕ ਵਾਰੀ ਮਿਲ ਕੈ। ਇੱਕ ਵਾਰੀ ਤੇ ਹੁਣ ਮਿਲ ਕੇ ਉਹਨਾਂ ਦਾ ਦਰਸ਼ਨ ਕਰਕੇ ਫਿਰ ਆਪਣੇ ਘਰ ਚਲਿਆ ਜਾਵਾਂਗਾ। ਅਸ ਵਿਚਾਰ ਕਰ ਬਹਿਰ ਪਧਾਰਾ। ਇਸ ਤਰ੍ਹਾਂ ਵਿਚਾਰ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਲੀ ਸਥਾਨ ਤੋਂ ਜਿੱਥੇ ਸਤਿਗੁਰੂ ਜੀ ਸ਼ਿਕਾਰ ਘਾਟ ਵਾਲੇ ਸਥਾਨ ਵੱਲ ਗਏ ਸਨ ਸ਼ਿਕਾਰ ਖੇਡਣ, ਉੱਧਰ ਹੀ ਇਹ ਬਾਹਰ ਨੂੰ ਚਲਾ ਗਿਆ। ਜਿਹ ਮਗ ਗਮਨੇ ਮੋਖ ਉਦਾਰਾ। ਜਿਸ ਰਸਤੇ ਵਿੱਚ ਮੁਕਤੀ ਦੇ ਦਾਤੇ ਸਤਿਗੁਰੂ ਜੀ ਚਲੇ ਗਏ ਸਨ, ਉੱਧਰ ਹੀ ਚਲਾ ਗਿਆ। ਕਰਤ ਅਖੇਰ ਬ੍ਰਿਤ ਤਿਹ ਕਾਲਾ। ਉਸ ਸਮੇਂ ਸਤਿਗੁਰੂ ਜੀ ਨੇ ਸ਼ਿਕਾਰ ਖੇਡਣ ਦੀ ਬਿਰਤੀ ਕੀਤੀ ਹੋਈ ਸੀ। ਜਾਏ ਬਿਲੋਕੇ ਦੀਨ ਦਿਆਲਾ। ਜੋ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਨੇ ਜਾ ਦੇਖੇ। ਇਕਸ ਸਸਾ ਇੱਕ ਚੱਲਿਓ ਅਗਾਰੀ। ਇੰਨੇ ਨੂੰ ਇੱਕ ਝਾੜੀ ਵਿੱਚੋਂ ਸਹਿਆ ਜਿਹਾ ਨਿਕਲ ਕੇ ਸਤਿਗੁਰੂ ਜੀ ਦੇ ਅੱਗੇ ਅੱਗੇ ਚੱਲਿਆ, ਦੌੜਿਆ। ਛੋੜਿਓ ਤਾਂ ਕੇ ਬਾਜ ਪਿਛਾਰੀ। ਮਹਾਰਾਜ ਜੀ ਨੇ ਸਹਿ ਨੂੰ ਵੇਖ ਕੇ ਵੀ ਇਹਦੇ ਮੂਲਾ ਹੀ ਹੈ, ਤੇ ਮਹਾਰਾਜ ਜੀ ਨੇ ਜਿਹੜਾ ਬਾਜ ਹੈ ਉਹਦੇ ਪਿੱਛੇ ਛੱਡਿਆ। ਚੌਂਚ ਚਪੇਟ ਸਾਥ ਤਿਹ ਗੇਰਾ। ਬਾਜ ਹੁਣ ਮਾਸਾਹਾਰੀ ਬੜੇ ਹੁੰਦੇ ਆ, ਉਹਦੇ ਝੱਟ ਪੈਂਦੇ ਅੱਗੇ ਹੀ। ਬਾਜ ਨੇ ਜਿਹੜੀ ਚੁੰਚ ਦੀ ਚਪੇੜ ਜੀ ਮਾਰ ਕੇ ਉਹਨੂੰ ਸੁੱਟ ਦਿੱਤਾ। ਬਿਗਸੇ ਪ੍ਰਭੂ ਤਮਾਸੋ ਹੇਰਾ। ਗੁਰੂ ਸਾਹਿਬ ਜੀ ਤਮਾਸ਼ਾ ਦੇਖ ਕੇ ਉੱਚੀ ਸਾਰੀ ਹੱਸਦੇ ਐ। ਦੇਖ ਵੈਸਨਾ ਬਹੁ ਪਛਤਾਵਾ। ਇਹ ਵੈਸ਼ਨੋ ਦੇਖ ਕੇ ਬੜਾ ਪਛਤਾਇਆ। ਉਹ ਜਦੋਂ ਸਹਿ ਨੂੰ ਚੁੰਝਾਂ ਜੀਆਂ ਮਾਰੀਆਂ ਬਾਜ ਨੇ, ਉਹ ਲੋਟ ਪੋਟ ਜਿਹਾ ਹੋ ਰਿਹਾ, ਤੜਫ ਜਾ ਰਿਹਾ ਹੈ, ਤੇ ਵੈਸ਼ਨੋ ਸਹਿ ਨੂੰ ਤੜਫਦਾ ਦੇ ਕੇ ਬਹੁਤ ਪਛਤਾਇਆ। ਮੈਂ ਕਾਹੇ ਇਨ ਢਿਗ ਚੱਲ ਆਵਾ। ਉਹ ਮਨਾ ਮੈਂ ਕਾਹਨੂੰ ਇਹਨਾਂ ਦੇ ਕੋਲ ਚੱਲ ਕੇ ਆ ਗਿਆ ਇੱਥੇ। ਤਰਫਤ ਜੀਵ ਕੋ ਹੇਰ ਬਿਕਾਸੇ। ਉਹ ਜੀਵ ਤੜਫਦੇ ਐ, ਕਿਵੇਂ ਚੁੰਝ ਮਾਰੀ ਐ, ਕਿਵੇਂ ਸਹਿਆ ਵਿਚਾਰਾ ਤੜਫਦਾ, ਤੇ ਵੇਖ ਵੇਖ ਕੇ ਉੱਚੀ ਸਾਰੀ ਹੱਸਦੇ ਐ। ਕਹਾ ਮੁਕਤ ਹੋਵੇ ਇਨ ਪਾਸੇ। ਮਨਾ ਕਿੱਥੋਂ ਇਹਨਾਂ ਪਾਸੋਂ ਮੁਕਤੀ ਹੋ ਸਕਦੀ ਹੈ। ਜਿਹੜੇ ਸਹਿ ਨੂੰ ਮਰਵਾ ਰਹੇ ਉਹ ਤੈਨੂੰ ਨਾ ਮਰਵਾ ਦੇਣਗੇ। ਇੱਥੋਂ ਕਿਵੇਂ ਮੁਕਤੀ ਹੋ ਸਕਦੀ? ਹੋ ਹੀ ਨਹੀਂ ਸਕਦੀ। ਇਹ ਮਨ ਕੀ ਲਖ ਕਾ ਜਗਨਾਥਾ। ਗੁਰੂ ਤੇ ਸਮਰੱਥ ਹੈ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਵੈਸ਼ਨੋ ਸਾਧੂ ਦੇ ਮਨ ਦੀ ਜਾਣ ਕੇ। ਸਸੇ ਸੰਗ ਸਵਾਇਓ ਨਿਜ ਹਾਥਾ। ਸਵਾਇਓ ਨਹੀਂ ਸਵਾਇਓ। ਮਹਾਰਾਜ ਜੀ ਨੇ ਸਹਿ ਦੇ ਨਾਲ ਆਪਣਾ ਪਵਿੱਤਰ ਹਸਤ ਕਮਲ ਛੁਹਾਇਆ ਹੈ। ਤਤ ਛਿਨ ਭਇਓ ਸੋ ਦੇਵ ਸਰੂਪਾ। ਉਸੇ ਵੇਲੇ ਉਹ ਸਹਿ ਦੀ ਦੇਹ ਵਿੱਚੋਂ ਜੋਤ ਨਿਕਲੀ ਹੈ, ਤੇ ਉਹ ਜਿਹੜਾ ਸੂਖਮ ਸਰੀਰ ਨਿਕਲਿਆ ਉਹ ਦੇਵ ਸਰੂਪ ਹੋ ਗਿਆ, ਦੇਵਤਾ ਬਣ ਗਿਆ। ਭੂਖਨ ਆਂਗਨ ਬੀਚ ਅਨੂਪਾ। ਅੰਗਾਂ ਵਿੱਚ ਬੜੇ ਗਹਿਣੇ ਧਾਰਨ ਕੀਤੇ ਹੋਏ ਸੁੰਦਰ ਸੁੰਦਰ। ਬਨੀ ਰਚਿਰਤਾ ਕਾਮ ਲੱਜਾਵਾ। ਸਰੀਰ ਸੂਖਮ ਦੀ ਤੇ ਇੰਨੀ ਕਹਿੰਦੇ ਸੁੰਦਰਤਾ ਬਣੀ ਹੈ, ਦੇਖ ਕੇ ਕਾਮ ਵੀ ਸ਼ਰਮਿੰਦਾ ਹੋ ਗਿਆ ਵੀ ਇਹਨਾਂ ਨੇ ਮੈਂ ਵੀ ਸੋਣਾ ਨੀਗਾ। ਉਸਤਤ ਕਰਕੇ ਉਰਧ ਸਿਧਾਵਾ। ਗੁਰੂ ਸਾਹਿਬ ਦੀ ਉਸਤਤ ਕਰਕੇ ਅੰਤਰਜਾਮੀ ਮੁਕਤ ਕਰਨ ਵਾਲੇ ਸਤਿਗੁਰੂ ਗਰੀਬ ਨਵਾਜ ਬਹੁਤ ਉਸਤਤ ਕਰਕੇ ਇਹ ਭਾਈ ਮੂਲਾ ਜਿਹੜਾ ਤਾਂ ਨੂੰ ਚਲਾ ਗਿਆ ਬੈਕੁੰਠ ਧਾਮ। ਜਬ ਇਹ ਚਰਤ ਵੈਸ਼ਨਵ ਦੇਖਾ। ਜਦੋਂ ਇਹ ਵੈਸ਼ਨੂ ਸਾਧੂ ਨੇ ਕੌਤਕ ਦੇਖਿਆ ਮਹਾਰਾਜ ਦਾ, ਔਰ ਮਹਿ ਸਰਦਾ ਬਦੀ ਵਿਸੇਖਾ। ਉਸ ਵੇਲੇ ਦੇਖ ਕੇ ਇਹਦੇ ਵਿੱਚ ਦੇ ਵਿਸ਼ੇਸ਼ ਕਰਕੇ ਦੇ ਬਹੁਤ ਜ਼ਿਆਦਾ ਹੀ ਸ਼ਰਧਾ ਵਧੀ ਹੈ। ਪਦ ਅਰਬਿੰਦ ਦੌਰ ਲਪਟਾਵਾ। ਕਿੱਥੇ ਕਹਿੰਦਾ ਸੀ ਮਨਾ ਕਾਹਨੂੰ ਆ ਗਿਆ ਇੱਥੇ, ਨਿਰਦਈ ਸਾਰੇ ਇਕੱਠੇ ਹੋਏ ਆ। ਹੁਣ ਸਮਝ ਆ ਗਈ ਹੈ ਸਤਿਗੁਰੂ ਜੀ ਦੇ ਚਰਨ ਕਮਲਾਂ ਤੇ ਦੌੜ ਕੇ ਲੱਗ ਗਿਆ। ਅਧਿਕ ਭਰੇ ਮਾਸਾ ਹਿਰਦਾ ਛਾਵਾ। ਇਹਦਾ ਜਿਹੜਾ ਹਿਰਦਾ ਹੈ ਨਾ ਉਹਦੇ ਵਿੱਚ ਬਹੁਤ ਪ੍ਰੇਮ ਛਾਇਆ, ਇਹਦਾ ਹਿਰਦਾ ਪ੍ਰੇਮ ਨਾਲ ਛਾ ਗਿਆ ਬਹੁਤਾ। ਡੇਰੇ ਜਾਏ ਬੂਝ ਨਾ ਕੀਨਾ। ਗੁਰੂ ਸਾਹਿਬ ਜੀ ਨੇ ਜਿੱਥੇ ਆਪਣਾ ਟਿਕਾਣਾ ਕੀਤਾ, ਡੇਰਾ ਕੀਤਾ ਸੀ, ਉੱਥੇ ਜਾ ਕੇ ਨੇ ਸਾਧੂ ਨੇ ਪੁੱਛਣਾ ਕੀਤਾ, ਕੌਣ ਹੋ ਤੋ ਜੋ ਕੀਓ ਬੰਦਹੀਨਾ। ਮਹਾਰਾਜ ਕੌਣ ਸੀ ਜਿਹਨੂੰ ਤੁਸੀਂ ਮੁਕਤ ਕੀਤਾ? ਇਹ
ਜਿਹੜੇ 84 ਲੱਖ ਜੂਨਾਂ ਦੇ ਬੰਧਨਾਂ ਤੋਂ ਆਪ ਜੀ ਨੇ ਮੁਕਤ ਕੀਤਾ, ਇਹ ਕੌਣ ਸੀ? ਤਿਹ ਸ਼ਨ ਮੂਲੇ ਕੋ ਜੋ ਪ੍ਰਸੰਗਾ। ਇਹ ਉਸ ਸਮੇਂ ਸਤਿਗੁਰ ਜੀ ਨੇ ਜੋ ਭਾਈ ਮੂਲੇ ਦਾ ਸਾਰਾ ਪ੍ਰਸੰਗ ਸੀ। ਗੁਰੂ ਸੁਨਾਏ ਦੀਨ ਤਿਹ ਸੰਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਹੀ ਉਸ ਵੈਸ਼ਨੋ ਸਾਧੂ ਨਾਲ ਸੁਣਾ ਦਿੱਤਾ, ਦੱਸ ਦਿੱਤਾ ਵੀ ਐਵੇਂ ਅਸੀਂ ਜਦੋਂ ਪਹਿਲੇ ਜਾਮੇ ਗੁਰੂ ਨਾਨਕ ਸਾਹਿਬ ਸਰੂਪ ਵਿੱਚ ਸਾਂ ਤੇ ਇਹਨੂੰ ਅਸੀਂ ਮਿਲ ਗਏ ਸਾਂ ਤੇ ਇਹ ਮਿਲਿਆ ਨਹੀਂ, ਸਗੋਂ ਘਰ ਵਾਲੀ ਇਹਦੀ ਜਿਹੜੀ ਉਹ ਕਹਿੰਦੀ ਵੀ ਘਰ ਹੈ ਹੀ ਨਹੀਂ ਹੈ, ਬੇਮੁਖ ਹੋ ਗਿਆ ਸੀ, ਚੜ੍ਹਾਈ ਕਰ ਗਿਆ। ਉਸ ਵੇਲੇ ਸਾਨੇ ਬਚਨ ਕਿਹਾ ਸੀ ਵੀ ਇਹਦਾ ਹੁਣ ਉਧਾਰ ਨਹੀਂ ਹੋ ਸਕਦਾ, ਇਹਦਾ ਉਧਾਰ ਅਸੀਂ 10ਵੇਂ ਜਾਮੇ ਵਿੱਚ ਕਰਾਂਗੇ। ਤਾਂ ਉਹਦਾ ਉਧਾਰ ਅੱਜ ਕੀਤਾ ਤੇ ਇਹਨੂੰ ਮੁਕਤ ਕਰਕੇ ਸੱਚਖੰਡ ਭੇਜਿਆ। ਇਹ ਸਾਰਾ ਪ੍ਰਸੰਗ ਮਹਾਰਾਜ ਜੀ ਨੇ ਉਸ ਵੈਸ਼ਨੋ ਸਾਧੂ ਨੂੰ ਸੁਣਾ ਦਿੱਤਾ। ਇਸ ਪ੍ਰਕਾਰ ਸੁਨ ਪੇਖ ਸਭ ਰੀਤੀ। ਇਸ ਤਰ੍ਹਾਂ ਸੁਣ ਕੇ ਤੇ ਸਤਿਗੁਰ ਜੀ ਦੀ ਚੰਗੀ ਰੀਤੀ ਮਰਿਆਦਾ ਵੇਖ ਕੇ ਵੀ ਮਹਾਰਾਜ ਤੇ ਬਹੁਤ ਮਹਾਨ ਹੈ। ਭਇਓ ਸਿੱਖ ਗੁਰ ਕੋ ਯਤ ਪ੍ਰੀਤੀ। ਬੜੀ ਪ੍ਰੀਤੀ ਦੇ ਨਾਲ ਗੁਰੂ ਕਾ ਸਿੱਖ ਸੱਜ ਗਿਆ, ਸਿੱਖ ਬਣ ਗਿਆ। ਕਿੱਥੇ ਵੈਸ਼ਨੋ ਸਾਧੂ ਸੀ, 12 ਤਿਲਕ ਲਾਉਂਦਾ, ਕਰਮ ਕਾਂਢੀ, ਲੱਕੜਾਂ ਧੋਂਦਾ, ਕਈ ਕੁਝ ਕਰਕੇ ਪ੍ਰਸ਼ਾਦਾ ਸਕਦਾ ਸੀ। ਤੇ ਮਹਾਰਾਜ ਜੀ ਦੀ ਐਸੀ ਸ਼ਰਧਾ ਆਈ, ਵੈਸ਼ਨੋ ਪੁਣਾ ਛੱਡ ਕੇ, ਉਸ ਸਾਧੂ ਪੁਣਾ ਛੱਡ ਕੇ ਗੁਰੂ ਕਾ ਸਿੱਖ ਬਣ ਗਿਆ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬੜੀ ਪ੍ਰੀਤੀ ਨਾਲ ਸਿੱਖ ਸੱਜ ਗਿਆ। ਇਉ ਮੂਲੇ ਨੇ ਸ਼ੁਭ ਗਤ ਪਾਈ। ਇਉਂ ਭਾਈ ਮੂਲੇ ਨੇ ਚੰਗੀ ਗਤ ਪਾਈ, ਕਲਿਆਣ ਪਾਈ ਸਤਿਗੁਰ ਜੀ ਪਾਸੋਂ। ਤੇ ਜਦੋਂ ਆਪਾਂ ਹੁਣ ਸ੍ਰੀ ਹਜ਼ੂਰ ਸਾਹਿਬ ਜਾਈਏ ਤੇ ਗੰਗਾ ਗਦਾ ਜਿਹੜੀ ਗੋਦਾਵਰੀ ਨਦੀ ਹੈ, ਉੱਥੇ ਮਾਤਾ ਸਾਹਿਬ ਦੇਵਾਂ ਜੀ ਦਾ ਸਥਾਨ ਹੈ। ਉੱਥੋਂ ਕੋਈ 2-2.5 ਕਿਲੋਮੀਟਰ ਦੀ ਵਿੱਥ 'ਤੇ ਗੋਦਾਵਰੀ ਤੋਂ ਥੋੜ੍ਹਾ ਹਟਵਾਈ ਆ ਜਾਂ ਨਾਲ ਹੀ ਉਹ ਥੋੜ੍ਹਾ ਉੱਚਾ ਜਿਹਾ ਟਿੱਬਾ ਪਹਾੜੀ ਦਾ, ਉੱਥੇ ਸਥਾਨ ਭਾਈ ਮੂਲੇ ਦਾ ਬਣਿਆ ਹੋਇਆ, ਜਿੱਥੇ ਸਤਿਗੁਰੂ ਜੀ ਨੇ ਉਧਾਰ ਕੀਤਾ ਸੀ। ਉਸ ਦਾ ਨਾਮ ਸ਼ਿਕਾਰ ਘਾਟ ਰੱਖਿਆ ਹੋਇਆ ਹੈ। ਕਵ ਵਰਣਨ ਕਰ ਸਰਬ ਸੁਨਾਈ। ਕਵੀ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕਰਕੇ ਸਾਰੇ ਸਰੋਤੇ ਜਨਾਂ ਨੂੰ ਇਹ ਸਾਖੀ ਸੁਣਾਈ ਵੀ ਐਵੇਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮੂਲੇ ਦਾ ਉਧਾਰ ਕੀਤਾ ਸੀ 10ਵੇਂ ਜਾਮੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੇ। ਤੇ ਇਹ ਜਿਹੜਾ ਪ੍ਰਸੰਗ ਅੱਗੇ 10ਵੇਂ ਪਿਤਾ ਜੀ ਦੀ ਕਥਾ ਵਿੱਚ ਆਉਂਦਾ ਹੈ, ਉਹ ਸਰੋਤਿਆਂ ਦੇ ਪ੍ਰਸ਼ਨ ਕਰਨੇ ਕਰਕੇ ਇੱਥੇ ਜਿਹੜਾ ਉਹ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਸੁਣਾ ਦਿੱਤਾ। ਤੇ ਜਿਸ ਕਰਕੇ ਸਾਰਿਆਂ ਸਰੋਤਿਆਂ ਨੂੰ ਪ੍ਰਸੰਨ ਕੀਤਾ। ਸਰੋਤੇ ਬੜੇ ਪ੍ਰਸੰਨ ਹੋਏ ਸੁਣ ਕੇ, ਸ਼ੰਕਾ ਨਿਵਰਤ ਹੋਇਆ। ਇਵੇਂ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਧਾਰ ਕੀਤਾ ਸੀ। ਗੁਰੂ ਸਾਹਿਬ ਜੀ ਦੇ ਬਚਨ ਵੀ ਹੈ ਕਿ ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਏ, ਗੁਰੂ ਤੋਂ ਟੁੱਟ ਜਾਏ, ਉਹਦਾ ਕਦੀ ਉਧਾਰ ਨਹੀਂ ਹੋ ਸਕਦਾ। ਉਹਦਾ ਉਧਾਰ ਹੋ ਸਕਦਾ ਜਿਹੜਾ ਭੁੱਲਿਆ ਭਟਕਿਆ ਫਿਰ ਗੁਰੂ ਜੀ ਦੇ ਚਰਨਾਂ 'ਤੇ ਆ ਕੇ ਢਹਿ ਪਵੇ। ਤੇ ਗੁਰੂ ਦਾ ਸੁਭਾਅ ਹੈ, ਮਹਾਰਾਜ ਜੀ ਦਾ ਬਿਰਦੀ ਹੈ, ਜੋ ਸਰਣ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਭਾਈ ਮੂਲੇ ਦਾ ਉਧਾਰ ਕੀਤਾ ਸੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ। ਬਾਲ ਗੁੰਦਾਈ ਮੂਲੇ ਕੋ ਪ੍ਰਸੰਗ, ਵਰਣਨ ਨਾਮ 38 ਸਮਾਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ 38 ਜਿਹੜੇ ਅਧਿਆਏ ਸਮਾਪਤ ਹੋ ਗਏ ਹੈ। ਅੱਗੇ ਜਿਵੇਂ ਕਥਾ ਵਿਚਾਰ ਆਵੇਗੀ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਇਸ ਪ੍ਰਕਾਰ ਸੁਨ ਭਿਖ ਸਭ ਰੀਤੀ, ਭਇਓ ਸਿੱਖ ਗੁਰ ਕੋ ਯੁਤ ਪ੍ਰੀਤੀ। ਇਉ ਮੂਲੇ ਨੇ ਸ਼ੁਭ ਗਤ ਪਾਈ, ਕਵ ਵਰਣਨ ਕਰ ਸਰਬ ਸੁਨਾਈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ।
बाल गुंदाई मूले को प्रसंग वर्णनं नाम 38वां अध्याय। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।